ਜਸ ਟੀਵੀ ਦੇਖ ਰਹੇ ਤੁਸੀਂ। ਮੈਂ KP ਸਿੰਘ ਅੱਜ ਦਾ ਮੁੱਦਾ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਪੰਥਕ ਪੋਲਿਟਿਕਸ ਦੇ ਵਿੱਚ ਇੱਕ ਨਵੀਂ ਬਹਿਸ ਛਿੜੀ ਹੋਈ ਹੈ। ਅਕਾਲੀ ਸਫਾਂ ਦੇ ਵਿੱਚ, ਸਿਆਸੀ ਸਫਾਂ ਦੇ ਵਿੱਚ ਜੋ ਤੁਹਾਨੂੰ ਨਾਮ ਲੱਗਦਾ, ਠੀਕ ਲੱਗਦਾ, ਤੁਸੀਂ ਉਹ ਲੈ ਸਕਦੇ ਹੋ। ਪਰ ਇਹ ਚਰਚਾ ਕਿਉਂ ਛਿੜੀ ਹੈ? ਇਹ ਚਰਚਾ ਛਿੜੀ ਹੈ SGPC ਦਾ ਜਿਹੜਾ ਇਜਲਾਸ ਹੋਇਆ ਉਸ ਦੇ ਵਿੱਚ ਪ੍ਰਧਾਨਗੀ ਦੇ ਨਤੀਜੇ ਨੇ ਬਹਿਸ ਛਿੜੀ ਹੈ, ਜਿਹਦੇ ਵਿੱਚ 42 ਵੋਟਾਂ ਬੀਬੀ ਜਗੀਰ ਕੌਰ ਦੇ ਹੱਕ ਵਿੱਚ ਭੁਗਤੀਆਂ ਤੇ 104 ਵੋਟਾਂ ਲੈ ਕੇ ਧਾਮੀ ਮੋੜ ਤੋਂ ਪ੍ਰਧਾਨ ਬਣੇ ਹੈ। ਇਸ ਦੇ ਨਾਲ ਚਰਚਾ ਇਹ ਸ਼ੁਰੂ ਹੋ ਗਈ ਕਿ ਬਾਦਲ ਨੇ ਆਪਣਾ ਕਿਲਾ ਬਚਾ ਲਿਆ ਜਾਂ ਉਸ ਕਿਲੇ ਦੀਆਂ ਚੂਲਾਂ ਥੋੜ੍ਹੀਆਂ ਹਿੱਲੀਆਂ ਜਾਂ ਗੱਠਜੋੜ ਜਿਹੜਾ ਸਿਆਸੀ ਗੱਠਜੋੜ BJP ਨਾਲ ਹੋਣ ਦੀਆਂ ਸੰਭਾਵਨਾਵਾਂ ਸੀ ਉਹਨਾਂ 'ਤੇ ਬ੍ਰੇਕ ਲੱਗ ਗਈ ਹੈ ਜਾਂ ਹੋਵੇਗਾ। ਇਹ ਸਾਰੇ ਸਵਾਲ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਸਿੱਧੇ ਭਾਜਪਾ 'ਤੇ ਇਲਜ਼ਾਮ ਲਾਇਆ ਕਿ ਉਹ ਕਮੇਟੀ ਦੇ ਕੰਮਾਂ ਵਿੱਚ ਧਾਰਮਿਕ ਦਖਲਅੰਦਾਜ਼ੀ ਕਰਦੇ ਪਏ ਹੈ ਤੇ ਇਹ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹਰਿਆਣਾ ਤੇ ਦਿੱਲੀ ਤੋਂ ਬਾਅਦ। ਇਹੋ ਜਿਹੇ ਇਲਜ਼ਾਮਾਂ ਤੋਂ ਬਾਅਦ ਕੀ ਗੱਠਜੋੜ ਹੋਵੇਗਾ? ਬਹੁਤ ਸਾਰੇ ਚੈਲੰਜ ਆ ਜਿਹੜੇ ਅੱਗੇ ਖੜੇ ਹੋਏ ਆ ਤੇ ਅਸੀਂ ਇਹੀ ਸਵਾਲ ਪੁੱਛਾਂ ਕਿ ਪੰਥਕ ਪੋਲਿਟਿਕਸ ਅੱਗੇ ਚੈਲੰਜ ਕੀ? ਅੱਜ ਦਾ ਮੁੱਦਾ ਕੀ ਹੈ? ਪੁਆਇੰਟਰ ਤੁਹਾਨੂੰ ਫਟਾਫਟ ਦੱਸ ਦਈਏ। ਬੀਬੀ ਬਾਗੀ ਤੇ ਭਵਿੱਖ। ਸਵਾਲ ਇਹੀ ਹੈ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਨਤੀਜੇ ਨੇ ਬਹਿਸ ਨਵੀਂ ਛੇੜ ਦਿੱਤੀ ਹੈ। ਬੀਬੀ ਜਗੀਰ ਕੌਰ ਦੀਆਂ 42 ਵੋਟਾਂ ਨੇ ਸਾਰੇ ਸਮੀਕਰਨ ਬਦਲ ਦਿੱਤੇ ਆ। ਇਹ ਪੰਥਕ ਹਲਕਿਆਂ ਦੇ ਵਿੱਚ ਜਿਹੜੇ ਜਾਣਕਾਰ ਉਹ ਗੱਲਾਂ ਕਰ ਰਹੇ ਆ ਤੇ ਚਰਚਾ ਛੇੜਦੇ ਪਏ ਆ। ਇਹਨਾਂ ਸਵਾਲਾਂ ਦੇ ਵਿਚਾਲੇ ਹੀ ਸਵਾਲ ਇਹ ਹੈਗਾ ਕਿ ਦਿੱਲੀ ਹਰਿਆਣਾ 'ਚ ਪ੍ਰਬੰਧ ਖੁੱਸਣ ਤੋਂ ਬਾਅਦ ਚੁਣੌਤੀ ਵੱਧ ਗਈ ਹੈ। ਸਵਾਲ ਇਹ ਵੀ ਹੈ, ਸ਼੍ਰੋਮਣੀ ਕਮੇਟੀ ਦੀਆਂ ਹੋਣ ਵਾਲੀਆਂ ਆਮ ਚੋਣਾਂ ਤੇ ਸਾਰੇ ਨਜ਼ਰਾਂ ਲੱਗੀਆਂ ਹੋਈਆਂ, ਕਦੋਂ ਹੋਣਗੀਆਂ ਆਮ ਚੋਣਾਂ? ਕੋਈ ਕਹਿੰਦਾ ਕਿ ਅਕਾਲੀ ਦਲ ਦਾ BJP ਦੀ ਸਰਕਾਰ ਦੇ ਨਾਲ ਇੰਡੀਆ ਨਾਲ ਕੋਈ ਇਹੋ ਜਿਹਾ ਸਮਝੌਤਾ ਜਿਹੜਾ ਦੱਸਿਆ ਨਹੀਂ ਜਾਂਦਾ ਪਰ ਅਸਲ ਵਿੱਚ ਹੈ, ਇਸ ਲਈ ਚੋਣਾਂ ਦੀ ਐਲਾਨਨਾਮਾ ਨਹੀਂ ਹੋ ਰਿਹਾ। ਬਾਦਲ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ 'ਤੇ ਚਰਚਾ ਪੱਖੀ ਹੈ ਕਿ ਹੁਣ ਬਾਦਲ ਦਾ ਕੀ ਬਣੇਗਾ, ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕਿਹੜੇ ਚੈਲੰਜ ਖੜੇ ਹੋ ਗਏ, ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੀ ਹੋਵੇਗਾ। ਤੇ ਇਤਿਹਾਸ ਵਿੱਚ ਇਹ ਸਾਨੂੰ ਯਾਦ ਰੱਖਣਾ ਪਵੇਗਾ ਕਿ ਬਾਦਲ ਵਿਰੋਧੀਆਂ ਨੂੰ ਸਫਲਤਾ ਨਹੀਂ ਮਿਲੀ। ਇਸ ਤੋਂ ਪਹਿਲਾਂ ਵੀ ਬੜੀਆਂ ਬਗਾਵਤੀ ਸੁਰਾਂ ਉੱਠੀਆਂ, ਪਰ ਹੁਣ ਜਿਹੜੀ ਬਗਾਵਤੀ ਸੁਰ ਉੱਠੀ ਹੈ ਕਿ ਉਹਦੇ ਨਾਲ ਇਹਦਾ ਮੈਚ ਹੈ ਕਿ ਨਹੀਂ ਹੈ, ਸਵਾਲ ਇਹ ਵੀ ਹੈ। ਮੌਜੂਦਾ ਮੈਂਬਰਾਂ ਨੂੰ ਜੋੜੇ ਰੱਖਣਾ ਹੀ ਅਕਾਲੀ ਦਲ ਲਈ ਵੱਡੀ ਚੁਣੌਤੀ ਹੈ ਕਿਉਂਕਿ ਜੇ ਥੋੜ੍ਹੇ ਬਹੁਤ ਮੈਂਬਰ ਬਾਕੀ ਹੋਏ ਆ ਉਹਨਾਂ ਦੀ ਨਿਸ਼ਾਨਦੇਹੀ ਹੋ ਚੁੱਕੀ ਹੈ। ਕਿਹੜੇ ਮੈਂਬਰ ਹੈ, ਕ੍ਰੋਸ ਵੋਟਿੰਗ ਕਿੱਥੇ ਹੋਈ ਹੈ, ਇਹੋ ਜਿਹਾ ਸਵਾਲ ਹੈ। ਭਾਜਪਾ ਤੇ ਸਨਮਰੀ ਦੇ ਇਲਜ਼ਾਮਾਂ ਤੋਂ ਬਾਅਦ ਗੱਠਜੋੜ ਤੇ ਸਵਾਲ ਉੱਠਿਆ ਕਿ ਜਿਹੜਾ ਸਿਆਸੀ ਗੱਠਜੋੜ ਅਕਾਲੀ ਦਲ ਦੇ ਹਲਕਿਆਂ ਦੇ ਵਿੱਚ ਚਰਚਾ ਸੀ ਕਿ ਅਕਾਲੀ ਦਲ BJP ਨਾਲ ਜਾਊਗਾ, ਦੁਬਾਰਾ ਤੋਂ ਸੌਫਟ ਹੋਇਆ ਸੀਗਾ ਅਕਾਲੀ ਦਲ ਜਾਂ BJP ਸੌਫਟ ਹੋਈ ਸੀ, ਇਹੋ ਜਿਹੇ ਸਵਾਲ ਉੱਠਦੇ ਸੀਗੇ। ਪਰ ਹੁਣ ਗੱਠਜੋੜ ਤੇ ਸਵਾਲ ਹੈ ਉਹ ਉੱਠਣੇ ਸ਼ੁਰੂ ਹੋ ਗਏ ਕਿ ਹੋਵੇਗਾ ਕਿ ਨਹੀਂ ਹੋਵੇਗਾ। ਤੇ ਇਸ ਸਾਰੇ ਮੁੱਦੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਮੌਜੂਦ ਹੈ ਜਿਹਨਾਂ ਤੁਸੀਂ ਅਕਸਰ ਹੀ ਕਈ ਅਖਬਾਰਾਂ ਦੇ ਵਿੱਚ, ਪੰਜਾਬੀ ਦੇ ਨਾਮੀ ਅਖਬਾਰਾਂ ਦੇ ਵਿੱਚ ਪੜ੍ਹਦੇ ਹੋ। ਕਾਲਮਨਿਸਟ ਨੇ, ਸੀਨੀਅਰ ਜਰਨਲਿਸਟ ਹੈ, ਸੀਨੀਅਰ ਪੱਤਰਕਾਰ ਨੇ ਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਤੋਂ ਉਹ ਰਾਬਤਾ ਰੱਖਦੇ ਹੈ ਤੇ ਇਸ ਤੋਂ ਪਹਿਲਾਂ ਪਿਛੋਕੜਾਂ ਦਾ ਗੁਰਦਾਸਪੁਰ ਸੀ, ਇਸ ਕਰਕੇ ਉਹਨਾਂ ਨੂੰ ਸਰਹੱਦੀ ਖੇਤਰ ਬਾਰੇ ਵੀ ਪਤਾ ਹੈ ਤੇ ਸਿਆਸੀ ਹਲਕਿਆਂ ਦੇ ਵਿੱਚ, ਪੰਥਕ ਹਲਕਿਆਂ ਦੇ ਵਿੱਚ ਜਿਹੜੀ ਚਰਚਾ ਛਿੜਦੀ ਹੈ ਉਸ ਬਾਰੇ ਵੀ ਬਹੁਤ ਚੰਗੀ ਤਰ੍ਹਾਂ ਪਤਾ ਹੈ। ਮੇਰੀ ਮੁਰਾਦ ਹੈ ਤਲਵਿੰਦਰ ਸਿੰਘ ਬੁੱਟਰ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ ਸਰ। ਧੰਨਵਾਦ ਜੀ। ਬੁੱਟਰ ਸਾਹਿਬ, ਪਹਿਲਾ ਸਵਾਲ ਇਹੀ ਕਰੂੰਗਾ ਬੁੱਟਰ ਸਾਹਿਬ, ਬੀਬੀ ਜਗੀਰ ਕੌਰ ਨੇ ਸਾਰੇ ਸਮੀਕਰਨ ਬਦਲਤੇ ਜਾਂ ਅਸੀਂ ਐਵੇਂ ਚਰਚਾ ਛੇੜ ਕੇ ਬਹਿ ਗਏ ਬੀਬੀ ਜਗੀਰ ਕੌਰ ਨੇ ਬਹੁਤ ਕੁਝ ਕਰਤਾ? ਦੇਖੋ, ਜਿਹੜੀ ਪੰਥਕ ਸਿਆਸਤ ਹੈ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸਿਰਮੌਰ ਪੰਥਕ ਸੰਸਥਾ ਆ, ਇਹ ਅਸੀਂ ਇਸ ਦੇ ਪਿਛੋਕੜ ਨੂੰ, ਇਸ ਦੀ ਰਵਾਇਤ ਨੂੰ, ਇਸ ਦੇ ਸਿਧਾਂਤ ਨੂੰ, ਇਹਦੇ ਸੁਭਾਅ ਨੂੰ ਵੇਖਦੇ ਹਾਂ। ਕਾਲੀ ਦੇ ਵਿੱਚ ਇੱਦਾਂ ਦਾ ਕੁਝ ਨਹੀਂ ਕਹਿ ਸਕਦੇ ਕਿ ਇਸ ਵਾਰ ਦੇ ਨਤੀਜਿਆਂ ਨੇ ਸਿਆਸਤ ਦੇ ਸਮੀਕਰਨ ਬਦਲ ਦਿੱਤੇ ਆ ਜਾਂ ਕੁਝ ਨਵਾਂ ਹੋਵੇਗਾ ਜਾਂ ਕੁਝ ਤਬਦੀਲੀਆਂ ਹੋਣਗੀਆਂ, ਚੁਣੌਤੀ ਆਵੇਗੀ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੇਸ਼ੱਕ ਇੱਕ ਧਾਰਮਿਕ ਅਦਾਰਾ ਆ ਜਿਸ ਦਾ ਮੁੱਖ ਜਿਹੜਾ ਕੰਮ ਆ ਉਹ ਹੈਗਾ ਗੁਰਦੁਆਰਿਆਂ ਦੇ ਇਮਾਨਦਾਰਾਨਾ ਪ੍ਰਬੰਧ ਕਰਨਾ, ਧਰਮ ਪ੍ਰਚਾਰ ਕਰਨਾ ਅਤੇ ਇਸ ਦੇ ਨਾਲ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਰਾਜਸੀ ਜਮਾਤ ਸੀਗੀ ਬਣੀ 1920 ਦੇ ਵਿੱਚ, ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਿੱਖਾਂ ਦੇ ਜਿਹੜੇ ਸਿਆਸੀ ਹਿੱਤ ਆ ਉਹਨਾਂ ਦੀ ਪੂਰਤੀ ਕਰਨਾ। ਸੋ ਇਸ ਦੇ ਇਹ ਸ਼ੁਰੂ ਤੋਂ ਹੀ ਇੱਕ ਦੂਜੇ ਦੀਆਂ ਪੂਰਕ ਸੰਸਥਾਵਾਂ ਜਥੇਬੰਦੀਆਂ ਰਹੀਆਂ, ਉਤਰਾਅ ਚੜ੍ਹਾਅ ਵੀ ਆਉਂਦੇ ਰਹੇ, ਲੀਡਰਸ਼ਿਪ ਦੇ ਵਿੱਚ ਤਬਦੀਲੀਆਂ ਵੀ ਆਉਂਦੀਆਂ ਰਹੀਆਂ, ਲੀਡਰਸ਼ਿਪ ਨੂੰ ਚੁਣੌਤੀਆਂ ਵੀ ਆਉਂਦੀਆਂ ਰਹੀਆਂ। ਪਰ ਇਸ ਤਰ੍ਹਾਂ ਜਿਸ ਤਰ੍ਹਾਂ ਇਸ ਵਾਰ ਚੋਣ ਹੋਈ ਹੈ, ਕੁਝ ਪਿਛਲੇ 10-20 ਸਾਲਾਂ ਦੇ ਵਿੱਚ ਤੇ ਇੱਕ ਵੱਖਰੀ ਗੱਲ ਜ਼ਰੂਰ ਹੈ, ਅਚੰਭੇ ਵਾਲੀ ਜ਼ਰੂਰ ਹੈ, ਪਰ ਅਸੀਂ ਕਾਹਲੀ ਦੇ ਵਿੱਚ ਕੁਝ ਨਹੀਂ ਕਹਿ ਸਕਦੇ ਕਿ ਇਸ ਦੇ ਨਾਲ ਬੀਬੀ ਜਗੀਰ ਕੌਰ ਦਾ ਭਵਿੱਖ ਚੁਣੌਤੀ 'ਚ ਆ ਜਾਂ ਇਸ ਦੇ ਨਾਲ ਠਰਮੇ ਵੱਲੋਂ ਪੁੱਛ ਰਹੇ ਨੇ ਬੁੱਟਰ ਸਾਹਿਬ। ਆਪਾਂ ਠਰਮਾ ਇਹ ਕਹਿੰਦਾ ਕਿ ਬੀਬੀ ਜਗੀਰ ਕੌਰ ਜੇ ਭਵਿੱਖ ਵਿੱਚ BJP ਨਾਲ ਹੋਰ ਸਾਂਝ ਪਾਉਂਦੇ ਆ, ਜਿਵੇਂ ਅਕਾਲੀ ਦਲ ਇਲਜ਼ਾਮ ਲਗਾ ਰਿਹਾ, ਉਦੋਂ ਚੁਣੌਤੀ ਵੱਧ ਸਕਦੀ ਹੈ, ਉਦੋਂ ਸਮੀਕਰਨ ਬਦਲ ਸਕਦੇ ਆ। ਦੇਖੋ, ਗੱਲ ਇੱਦਾਂ ਆ ਕਿ ਜਿਹੜੀ ਇਸ ਵਾਰ ਚੋਣ ਹੋਈ ਆ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਸ ਤਰ੍ਹਾਂ 185 ਮੈਂਬਰੀ ਹਾਊਸ ਦੇ ਵਿੱਚ ਇਸ ਵੇਲੇ 157 ਮੈਂਬਰ ਸੀਗੇ, ਜਿਹਦੇ ਵਿੱਚੋਂ 22 ਵਿਰੋਧੀ ਧਿਰ ਦੇ ਸੀ ਤੇ 135 ਦੇ ਕਰੀਬ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਗੇ। ਔਰ ਬੀਬੀ ਜਗੀਰ ਕੌਰ ਵੀ ਅਕਾਲੀ ਦਲ ਬਾਦਲ ਦੀ ਹੀ ਮੈਂਬਰ ਸੀਗੀ ਔਰ 4 ਵਾਰ ਪ੍ਰਧਾਨ ਰਹੀ, 2 ਵਾਰ ਕੈਬਨਿਟ ਮੰਤਰੀ ਰਹੀ ਹੈ। ਇਸ ਵਾਰ ਜਿਸ ਤਰ੍ਹਾਂ ਉਹਨਾਂ ਨੇ ਚੁਣੌਤੀ ਦਿੱਤੀ ਆ ਔਰ ਇਹ ਗੱਲ ਅਕਾਲੀ ਦਲ ਦੇ ਲੀਡਰਾਂ ਨੇ ਵੀ ਚੋਣ ਤੋਂ ਪਹਿਲਾਂ ਬੀਬੀ ਦੇ ਜਿਹੜੀ ਤੇਵਰ ਦੇਖਦਿਆਂ ਇਹ ਇਲਜ਼ਾਮ ਮੀਡੀਆ ਦੇ ਸਾਹਮਣੇ ਲਗਾਏ ਸੀ ਪ੍ਰੈਸ ਕਾਨਫਰੰਸ ਕਰਕੇ ਕਿ ਉਹਨਾਂ ਦੇ ਮਗਰ ਬੀਜੇਪੀ ਆ। ਪਰ ਇਹ ਗੱਲ ਅਸੀਂ ਪ੍ਰਤੱਖ ਤੌਰ ਤੇ ਜਾਂ ਪ੍ਰਮਾਣਿਕ ਤੌਰ ਤੇ ਅਜੇ ਤੱਕ ਕਿਸੇ ਨੇ ਨਹੀਂ ਕੀਤੀ, ਨਾ ਹੀ ਸਾਹਮਣੇ ਆਈ ਕਿ ਇਹਦੇ ਮਗਰ ਬੀਜੇਪੀ ਆ ਉਹ ਕਿਸ ਪੱਧਰ ਤੇ ਖੇਡ ਰਹੀ ਹੈ। ਜਿਵੇਂ ਅਕਾਲੀ ਦਲ ਦੇ ਲੀਡਰਾਂ ਨੇ ਜਿਹੜੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਸਰਦਾਰ ਇਕਬਾਲ ਸਿੰਘ ਲਾਲਪੁਰਾ, ਉਹਨਾਂ ਤੇ ਦੋਸ਼ ਵੀ ਲਾਏ ਸੀ ਔਰ ਇੱਕ ਬੀਜੇਪੀ ਦੇ ਜਿਹੜੇ ਅਕਾਲੀ ਦਲ ਚੋਂ ਹੀ ਬੀਜੇਪੀ 'ਚ ਗਏ ਇੱਕ ਸਰਦਾਰ ਸਰਚਾਂਦ ਸਿੰਘ ਆ ਜਿਹੜੇ ਅੰਮ੍ਰਿਤਸਰ ਨਾਲ ਸੰਬੰਧਿਤ, ਉਹਨਾਂ ਦੀ ਇੱਕ ਆਡੀਓ ਵੀ ਵਾਇਰਲ ਹੋਈ ਸੀ ਚੋਣਾਂ ਤੋਂ 2 ਦਿਨ ਪਹਿਲਾਂ, ਜਿਹਦੇ ਵਿੱਚ ਉਹ ਜਿਹੜਾ ਕਥਿਤ ਰੂਪ ਦੇ ਵਿੱਚ ਇੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੇ ਨਾਲ ਭਿੱਟੇਵੱਡ ਉਹਨਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ। ਇਹ ਇੱਕ ਆਡੀਓ ਤੋਂ ਇਲਾਵਾ ਅਜੇ ਤੱਕ ਪ੍ਰਮਾਣਿਕ ਤੌਰ ਤੇ ਅਸੀਂ ਇਹ ਨਹੀਂ ਆਖ ਸਕਦੇ ਕਿ ਬੀਜੇਪੀ ਕਿਸ ਰੂਪ ਦੇ ਵਿੱਚ ਬੀਬੀ ਦੇ ਮਗਰ ਖੇਡ ਰਹੀ ਸੀ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਜੇ ਬੀਬੀ ਬੀਜੇਪੀ ਦੇ ਵਿੱਚ ਜਾਂਦੀ ਆ, ਦੇਖੋ ਇਸ ਦੇ ਵਿੱਚ ਇੱਕ ਬੀਬੀ ਜਗੀਰ ਕੌਰ ਦਾ ਕੀ ਜਾਤੀ ਫੈਸਲਾ, ਕੀ ਜਾਤੀ ਰਣਨੀਤੀ, ਆਪਾਂ ਉਹਦੇ ਬਾਰੇ ਤੇ ਕੁਝ ਨਹੀਂ ਕਹਿ ਸਕਦੇ। ਪਰ ਇੱਕ ਗੱਲ ਸਾਫ਼ ਆ ਕਿ ਜਿਸ ਤਰ੍ਹਾਂ ਬੀਬੀ ਜਗੀਰ ਕੌਰ ਦਾ ਪਿਛਲਾ ਪਿਛੋਕੜ ਰਾਜਨੀਤਿਕ ਪਿਛੋਕੜ ਰਿਹਾ, ਇੱਕ ਧਾਰਮਿਕ ਉਹਨਾਂ ਦਾ ਸ਼੍ਰੋਮਣੀ ਕਮੇਟੀ ਤੋਂ ਬਗੈਰ ਉਹ ਇੱਕ ਆਪ ਵੀ ਧਾਰਮਿਕ ਅਦਾਰੇ ਦੇ ਇੱਕ ਧਾਰਮਿਕ ਡੇਰੇ ਦੇ ਮੁਖੀ ਆ, ਜਿਹਦਾ ਮਾਲਵੇ ਦੁਆਬੇ ਖੇਤਰ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਆ। ਸੋ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਜੇ ਬੀਬੀ ਜਗੀਰ ਕੌਰ ਅਕਾਲੀ ਦਲ ਤੋਂ ਬਾਹਰ ਜਾ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਆ, ਅਧਿਕਾਰਤ ਤੌਰ ਤੇ ਕੋਈ ਅਹੁਦਾ ਲੈਂਦੇ ਆ, ਤਾਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਇੱਕ ਪ੍ਰਭਾਵ ਆ, ਜਿਹੜਾ ਉਹਨਾਂ ਦਾ ਇੱਕ ਆਪਣਾ ਕੇਡਰ ਆ, ਉਹ ਕਿਸ ਰੂਪ ਦੇ ਵਿੱਚ ਪ੍ਰਵਾਨ ਕਰਦਾ। ਬੁੱਟਰ ਸਾਹਿਬ ਆਪਾਂ ਇਹਨੂੰ ਇਸ ਤਰੀਕੇ ਸਮਝ ਲੈਣੇ ਨਾ, ਬੀਬੀ ਜਗੀਰ ਕੋ ਬੀਜੇਪੀ 'ਚ ਨਾ ਜਾਣ ਪਰ ਉਹ ਬਾਦਲਾਂ ਨੂੰ ਚੁਣੌਤੀ ਦੇਣ ਤੇ ਬੀਜੇਪੀ ਉਹਨਾਂ ਦੀ ਬੈਕ ਤੇ ਲੱਗੀ ਰਵੇ, ਫਿਰ ਸਮੀਕਰਨ ਬਦਲ ਜਾਣਗੇ। ਜੀ ਦੇਖੋ ਇਸ ਦੇ ਵਿੱਚ ਇਦਾਂ ਹੈ KP ਸਿੰਘ ਜੀ ਕਿ ਅਸੀਂ ਜੇ ਪਿਛੋਕੜ ਵੱਲ ਝਾਤ ਮਾਰੀਏ, ਇਹ 1955 ਦੇ ਵਿੱਚ ਵੀ ਇੱਕ ਜਿਹੜਾ ਸ਼੍ਰੋਮਣੀ ਖਾਲਸਾ ਦਲ ਨਾਂ ਦੀ ਜਥੇਬੰਦੀ ਨੇ ਪਹਿਲੀ ਵਾਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਚੁਣੌਤੀ ਦਿੱਤੀ ਸੀ। ਉਸ ਤੋਂ ਬਾਅਦ 60 ਦੇ ਵਿੱਚ ਵੀ ਇੱਕ ਸਾਧ ਸੰਗਤ ਬੋਰਡ ਬਣਿਆ ਸੀ। ਇਹਨਾਂ ਦੋਨਾਂ ਜਥੇਬੰਦੀਆਂ ਦੇ ਪਿੱਛੇ ਉਸ ਵੇਲੇ ਸਰਦਾਰ ਪ੍ਰਤਾਪ ਸਿੰਘ ਕੈਰੋ ਜਿਹੜੇ ਅਕਾਲੀ ਦਲ ਚੋਂ ਹੀ ਗਏ ਸੀਗੇ, ਸ਼੍ਰੋਮਣੀ ਕਮੇਟੀ ਮੈਂਬਰ ਹੀ ਪਹਿਲਾਂ ਹੁੰਦੇ ਸੀਗੇ, ਫਿਰ ਉਹ ਕਾਂਗਰਸ 'ਤੇ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਬੜੇ ਧਾਕੜ ਜਾਂ ਮਝੈਲ ਮੁੱਖ ਮੰਤਰੀ ਉਹਨਾਂ ਨੂੰ ਕਿਹਾ ਜਾਂਦਾ ਆ। ਉਹਨਾਂ ਨੇ ਵੀ ਰਣਨੀਤੀ ਖੇਡੀ ਸੀਗੀ। ਪਰ ਪਿਛੋਕੜ ਦੇ ਵਿੱਚ ਜੇ ਝਾਤ ਮਾਰੀਏ ਤੇ ਜਿਹੜਾ ਇੱਕ ਨਾ ਸਿੱਖਾਂ ਦਾ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਇੱਕ ਸੁਭਾਅ ਆ, ਉਹ ਸੁਭਾਅ ਇਹ ਆ ਕਿ ਅਕਾਲੀ ਦਲ ਨੂੰ ਸਿਆਸੀ ਤੌਰ ਤੇ ਬੇਸ਼ੱਕ ਉਹ ਬਿਲਕੁਲ ਹਾਸ਼ੀਏ ਤੇ ਵੀ ਸੁੱਟ ਦੇਣ, ਪਰ ਜਦੋਂ ਸਿੱਖਾਂ ਨੂੰ ਇੰਜ ਲੱਗਦਾ ਆ ਕਿ ਇਹ ਜਿਹੜੀ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਧੜਾ ਕਾਂਗਰਸ ਜਾਂ ਬੀਜੇਪੀ ਦੇ ਸਮਰਥਨ ਦੇ ਨਾਲ ਅੱਗੇ ਆ ਰਿਹਾ, ਤਾਂ ਉਹ ਕਿਤੇ ਨਾ ਕਿਤੇ ਸਿੱਖ ਜਿਹੜੇ ਉਸ ਤੋਂ ਹਿਚਕਚਾਉਣ ਬੜਾ ਇੰਪੋਰਟੈਂਟ ਪੁਆਇੰਟ ਹੈ ਕਿਉਂਕਿ ਮੈਂ ਇਹ ਗੱਲ ਕਰਦਾ 2002 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸੀ, ਸਰਦਾਰ ਗੁਰਚਰਨ ਸਿੰਘ ਟੌੜਾ ਜਿਹੜੇ 1999 ਦੇ ਖਾਲਸਾ ਪੰਥ ਦੀ ਤ੍ਰੈ ਸ਼ਤਾਬਦੀ ਤੋਂ ਪਹਿਲਾਂ ਬਾਦਲ ਟੌੜਾ ਦੇ ਵਿੱਚ ਟਕਰਾਅ ਹੋ ਗਿਆ ਸੀ ਤੇ ਟੌੜਾ ਸਾਹਿਬ ਨੂੰ ਪ੍ਰਧਾਨਗੀ ਤੋਂ ਲਾ ਦਿੱਤਾ ਗਿਆ ਸੀ। ਔਰ ਜਦੋਂ 2002 ਨਵੰਬਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਆਈ ਇਸੇ ਤਰ੍ਹਾਂ, ਤਾਂ ਉਸ ਵੇਲੇ ਕੈਪਟਨ ਸਾਹਿਬ ਨੇ ਵੀ ਇਸ ਤਰ੍ਹਾਂ ਦੀ ਰਣਨੀਤੀ ਖੇਡੀ ਸੀਗੀ ਕਿ ਟੌੜਾ ਸਾਹਿਬ ਦੇ ਧੜੇ ਨੂੰ ਸੱਤਾ ਦੇ ਵਿੱਚ ਲਿਆਉਣ ਲਈ। ਪਰ ਸਰਕਾਰ ਦਾ ਸਾਰਾ ਜ਼ੋਰ ਲੱਗਣ ਦੇ ਬਾਵਜੂਦ ਤਕਰੀਬਨ 50 ਤੋਂ 60 ਦੇ ਕਰੀਬ ਵੋਟਾਂ ਜਿਹੜੀਆਂ ਟੌੜਾ ਧੜੇ ਦੇ ਜਿਹੜੇ ਸੰਤ ਵੀਰ ਸਿੰਘ ਮੱਧੋਕੇ ਸੀਗੇ ਉਹਨਾਂ ਨੂੰ ਵੋਟਾਂ ਪਈਆਂ ਸੀ। ਸੋ ਉਸ ਤੋਂ ਬਾਅਦ ਵੀ ਜਦੋਂ 2011 ਦੀਆਂ ਚੋਣਾਂ ਆਈਆਂ, ਉਸ ਤੋਂ ਸਮੇਂ-ਸਮੇਂ ਜਿਹੜੀਆਂ ਸਾਲਾਨਾ ਚੋਣਾਂ ਵੀ ਹੁੰਦੀਆਂ ਰਹੀਆਂ, ਜਦੋਂ ਵੀ ਇਹ ਗੱਲ ਸਾਹਮਣੇ ਆਉਂਦੀ ਆ ਕਿ ਕਾਂਗਰਸ ਇਹਦੇ ਮਗਰ ਆ ਜਾਂ ਬੀਜੇਪੀ ਆ, ਤਾਂ ਸਿੱਖ ਕਿਤੇ ਨਾ ਕਿਤੇ ਡਰ ਜਾਂਦੇ ਆ, ਪਿੱਛੇ ਹੋ ਜਾਂਦੇ ਆ। ਠੀਕ ਹੈ, ਨਹੀਂ ਬੜਾ ਇੰਪੋਰਟੈਂਟ ਪੁਆਇੰਟ ਹੈ ਤੁਹਾਡਾ। ਇੱਕ ਛੋਟਾ ਜਿਹਾ ਵਕਫਾ ਲਵਾਂਗੇ, ਵਕਫੇ ਤੋਂ ਵਾਪਸ ਆਵਾਂਗੇ। ਬੁੱਟਰ ਸਾਹਿਬ ਕੋਲੇ ਬਹੁਤ ਇਤਿਹਾਸ ਦੇ ਉਹ ਸਾਡੇ ਕੋਲੇ ਤੱਥ ਰੱਖਣਗੇ ਉਹ ਕਿ ਜਿਨ੍ਹਾਂ ਨਾਲ ਸਾਨੂੰ ਇਹ ਸਾਫ਼ ਹੋ ਸਕੇਗਾ ਕਿ ਇਸ ਵਕਤ ਦੀ ਚੋਣ ਪਿਛਲੀਆਂ ਚੋਣਾਂ ਨਾਲੋਂ ਕਿੰਨੀ ਵੱਖਰੀ ਸੀ ਤੇ ਇਹਦਾ ਚੈਲੰਜ ਕੀ ਹੈਗਾ। ਉਸ ਚੈਲੰਜ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਬੁੱਟਰ ਸਾਹਿਬ, ਜਿਹੜੇ ਤੁਸੀਂ ਹੁਣ ਤੱਕ ਇਸ਼ਾਰੇ ਕੀਤੇ ਆ, ਜਿਹੜੇ ਤੱਥ ਸਾਡੇ ਅੱਗੇ ਰੱਖੇ ਆ, ਸਾਨੂੰ ਇਉਂ ਲੱਗਦਾ ਕਿ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਵਿੱਚ ਹੋ ਕਿ ਬੀਬੀ ਜਗੀਰ ਕੌਰ ਬੀਜੇਪੀ ਵਿੱਚ ਸ਼ਾਮਲ ਹੋਣ ਦੀ ਜਿਹੜੀ ਚਰਚਾ ਹੈਗੀ ਆ ਉਹ ਜ਼ਿਆਦਾ ਵੱਡੀ ਨਹੀਂ ਹੈਗੀ। ਉਹ ਇਸ ਤਰੀਕੇ ਨਾਲ ਹੀ ਆਪਦਾ ਕੰਮ ਕਰਨਗੇ ਤੇ ਬਾਦਲਾਂ ਨੂੰ ਚੁਣੌਤੀ ਦਿੰਦੇ ਰਹਿਣਗੇ, ਜਾਂ
ਜਿਹੜੀਆਂ ਵੀ ਧਿਰਾਂ ਅੱਜ ਉਹਨਾਂ ਦੇ ਪਿੱਛੇ ਹੈਗੀਆਂ ਕਿ ਉਹਨਾਂ ਦੇ ਅੱਗੇ ਵੀ ਉਹ ਸਾਂਝੇ ਉਮੀਦਵਾਰ ਬਣਨ ਦੇ ਵਿੱਚ ਲੱਗੇ ਰਹਿਣਗੇ ਜਗੀਰ ਕੌਰ ਜੀ? ਦੇਖੋ KP ਸਿੰਘ ਜੀ, ਗੱਲ ਇਸ ਤਰ੍ਹਾਂ ਹੈ, ਜੇ ਜਿੱਦਾਂ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਵੀ ਇਸ ਤੇ ਕੇਂਦਰਿਤ ਹੈ ਕਿ ਇਹਦਾ ਪੰਥਕ ਸਿਆਸਤ ਤੇ ਪ੍ਰਭਾਵ ਕੀ ਪਵੇਗਾ, ਅਸੀਂ ਸਿੱਧਾ ਇਸ ਗੱਲ ਤੇ ਕੇਂਦਰਿਤ ਜੇ ਕਰੀਏ ਗੱਲ ਨੂੰ, ਤਾਂ ਉਹ ਇਹ ਆ ਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਲੰਬੇ ਸਮੇਂ ਬਾਅਦ ਅਕਾਲੀ ਦਲ ਬਾਦਲ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਸਿੱਧੀ ਚੁਣੌਤੀ ਮਿਲੀ ਹੈ। 2002 ਦੀ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟਿਆ, ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਉਹਨਾਂ ਨੇ ਪੂਰੀ ਤਾਕਤ ਝੋਕ ਕੇ ਜਿਹੜਾ ਟੌੜਾ ਧੜੇ ਨੂੰ ਸੱਤਾ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਤਕਰੀਬਨ 60 ਵੋਟਾਂ ਜਿਹੜੀਆਂ ਸੰਤ ਵੀਰ ਸਿੰਘ ਮੱਦੋਕੇ, ਜਥੇਦਾਰ ਗੁਰਚਰਨ ਸਿੰਘ ਟੌੜਾ ਵੱਲੋਂ ਜਿਹੜੇ ਪ੍ਰਧਾਨਗੀ ਦੇ ਉਮੀਦਵਾਰ ਸੀ ਉਹਨਾਂ ਨੂੰ ਪਈਆਂ ਸੀ। ਉਸ ਤੋਂ ਬਾਅਦ 2004 ਦੇ ਵਿੱਚ ਜਿਹੜੀਆਂ ਆਮ ਚੋਣਾਂ ਆਈਆਂ, ਉਹਦੇ ਵਿੱਚ ਤਕਰੀਬਨ 40 ਦੇ ਕਰੀਬ ਜਿਹੜੇ ਆ ਸ਼੍ਰੋਮਣੀ ਕਮੇਟੀ ਮੈਂਬਰ ਵਿਰੋਧੀ ਧਿਰਾਂ ਦੇ ਜਿੱਤੇ ਸੀਗੇ। ਉਸ ਤੋਂ ਬਾਅਦ ਹੌਲੀ ਕਰਕੇ ਉਹ ਮੈਂਬਰ ਜਿਹੜੇ ਅਕਾਲੀ ਦਲ ਬਾਦਲ 'ਚ ਹੀ ਸ਼ਾਮਲ ਹੋ ਗਏ। ਹੁਣ ਇਸ ਵੇਲੇ ਅਕਾਲੀ ਦਲ ਬਾਦਲ ਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਅੰਦਰ ਤਕਰੀਬਨ 22 ਮੈਂਬਰ ਸੀਗੇ। ਉਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ 7-8 ਮੈਂਬਰ ਜਿਹੜੇ ਆ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ, ਜਦੋਂ ਅਕਾਲੀ ਭਾਜਪਾ ਦਾ ਗੱਠਜੋੜ ਟੁੱਟਿਆ ਉਸ ਤੋਂ ਬਾਅਦ। ਸੋ ਇਸ ਤਰ੍ਹਾਂ ਕੁੱਲ ਮਿਲਾ ਕੇ 28-30 ਮੈਂਬਰ ਜਿਹੜੇ ਵਿਰੋਧੀ ਧਿਰ ਦੇ ਮੰਨੇ ਜਾਂਦੇ ਸੀਗੇ। ਪਰ ਜਿਸ ਤਰੀਕੇ ਦੇ ਨਾਲ ਹੁਣ ਇਹ ਚੋਣਾਂ ਹੋਈਆਂ ਆ, ਸਾਲਾਨਾ ਚੋਣਾਂ, ਬੀਬੀ ਜਗੀਰ ਕੌਰ ਜਿਹੜੇ ਪਹਿਲਾਂ 4 ਵਾਰ ਅਕਾਲੀ ਦਲ ਵੱਲੋਂ ਹੀ ਪ੍ਰਧਾਨ ਬਣਦੇ ਰਹੇ, ਉਹ ਇਸ ਵਾਰ ਬਾਗੀ ਹੋ ਕੇ ਲੜੇ ਤੇ 42 ਵੋਟਾਂ ਪੈ ਗਈਆਂ। ਹੁਣ ਇਹਦੇ 'ਚ ਵੱਡੀ ਗੱਲ ਕਿਹੜੀ ਹੈ? ਵੱਡੀ ਗੱਲ ਇਹ ਆ ਕਿ ਜਿਹੜੀਆਂ 10-12 ਵੋਟਾਂ ਪਈਆਂ ਨੇ ਉਹ ਅਕਾਲੀ ਦਲ ਬਾਦਲ ਦੇ ਹੀ ਮੈਂਬਰਾਂ ਦੀਆਂ ਪਈਆਂ, ਔਰ ਅਕਾਲੀ ਦਲ ਲਈ ਇਹ ਵਾਕਈ ਚਿੰਤਨ ਦਾ ਵਿਸ਼ਾ ਵੀ ਹੈ, ਚਿੰਤਾ ਦਾ ਵੀ ਵਿਸ਼ਾ ਵੀ ਆ, ਔਰ ਅਕਾਲੀ ਦਲ ਨੂੰ ਇਸ ਤੇ ਮੰਥਨ ਵੀ ਕਰਨਾ ਚਾਹੀਦਾ ਕਿ ਉਹ 12-10 ਮੈਂਬਰ ਜਿਹੜੇ ਆ ਉਹ ਕਿਹੜੇ ਨੇ ਤੇ ਉਹ ਕਿਉਂ ਗਏ ਨੇ। 10-12 ਮੈਂਬਰਾਂ ਦਾ ਸਿੱਧਾ ਭਾਵ ਆ ਕਿ 10 ਸ਼੍ਰੋਮਣੀ ਕਮੇਟੀ ਦੇ ਹਲਕੇ ਜਿਹੜੇ ਆ ਉਹ ਅਕਾਲੀ ਦਲ ਬਾਦਲ ਤੋਂ ਨਾਰਾਜ਼ ਨੇ, ਜਾਂ ਦੂਰ ਹੋ ਗਏ, ਜਾਂ ਟੁੱਟ ਗਏ ਆ। ਵੱਖ-ਵੱਖ ਕੋਈ ਵੀ ਕਾਰਨ ਹੋ ਸਕਦੇ, ਉਹ ਕਾਰਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਵੀ ਉਹੀ ਗੱਲ ਕਰਦੇ, ਉਹਨਾਂ ਕਾਰਨਾਂ ਦੀ ਸਮੀਖਿਆ ਕਰਨੀ ਪਏਗੀ ਅਕਾਲੀ ਦਲ ਨੂੰ ਕਿ ਇਹ ਕਿਉਂ ਗਏ ਨੇ, ਔਰ ਜਿਹੜੇ ਕਾਰਨਾਂ ਕਰਕੇ ਗਏ ਨੇ ਉਹਨਾਂ ਕਾਰਨਾਂ ਦੇ ਉੱਤੇ ਜਿਹੜਾ ਉਹ ਸੁਧਾਰ ਵੀ ਕਰਨਾ ਪਏਗਾ। ਹੁਣ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਚੁਣੌਤੀ ਅਕਾਲੀ ਦਲ ਦੇ ਸਾਹਮਣੇ ਉਹ ਪਿਛਲੇ ਸਮੇਂ ਤੋਂ ਚੱਲ ਰਹੀ ਆ, ਲੀਡਰਸ਼ਿਪ ਦੀ ਚੁਣੌਤੀ। ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਲਗਾਤਾਰ 2 ਚੋਣਾਂ ਹਾਰਨ ਤੋਂ ਬਾਅਦ ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀਆਂ ਮੰਗਾਂ ਉੱਠੀਆਂ। ਉਸ ਤੋਂ ਬਾਅਦ ਜਿਹੜੇ ਝੁੰਦਾ ਕਮੇਟੀ ਵੀ ਬਣੀ ਇੱਕ, ਜਿਹਦੇ ਵਿੱਚ ਇਹ ਨਿਰਣਾ ਲਿਆ ਜਾਣਾ ਸੀਗਾ ਕਿ ਕੀ ਅਕਾਲੀ ਦਲ ਦਾ ਪ੍ਰਧਾਨ ਬਦਲਿਆ ਜਾਣਾ ਜਾਂ ਨਹੀਂ ਬਦਲਿਆ ਜਾਣਾ ਚਾਹੀਦਾ। ਉਹ ਲੰਮੀ ਚੌੜੀ ਜਿਹੜੀ ਆ ਉਹ ਮਤਲਬ ਪ੍ਰਕਿਰਿਆਵਾਂ ਤੋਂ ਬਾਅਦ ਉਹ ਕਮੇਟੀ ਆਪਾਂ ਮੰਨ ਕੇ ਚੱਲੀਏ ਜਿਹੜੇ 8-10 ਮੈਂਬਰ ਜਿਹਨਾਂ ਤੁਸੀਂ ਗੱਲ ਕਰਦੇ ਪਏ, ਚਾਹੇ ਕ੍ਰਾਸ ਵੋਟਿੰਗ ਕਹਿ ਲਓ ਜਾਂ ਜੋ ਮਰਜ਼ੀ ਤੁਸੀਂ ਕਹਿ ਲਓ, ਉਹ ਸਿੱਧਾ ਮਿਸਟਰ ਬਾਦਲ ਤੋਂ ਨਾਰਾਜ਼ ਆ। ਹੋ ਸਕਦਾ, ਇਹ ਵੀ ਕਾਰਨ ਹੋ ਸਕਦਾ। ਔਰ ਕੁਝ ਪਿਛਲੇ ਸਮੇਂ ਦੌਰਾਨ ਦੋ ਰਾਵਾਂ ਨਹੀਂ ਆ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਆ ਕਾਰਜ ਪ੍ਰਣਾਲੀ ਆ ਜਾਂ ਉਹਦੀ ਕਾਰਜਸ਼ੈਲੀ ਆ, ਉਹਦੇ ਪ੍ਰਤੀ ਵੀ ਸਿੱਖ ਸੰਗਤਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ ਜਾਗਿਆ ਔਰ ਬੇਭਰੋਸਗੀ ਵੀ ਪੈਦਾ ਹੋਈ ਹੈ। ਮੈਂ ਇੱਕ ਸਵਾਲ ਕਰਨਾ ਮਿਸਟਰ ਬੁੱਟਰ, ਇਹ ਜਿਹੜੇ ਵੀ ਮੈਂਬਰ 104 ਮੈਂਬਰ ਦੀ ਜਿਹੜੀ ਵੋਟ ਪਈ ਹੈ ਮਿਸਟਰ ਧਾਮੀ ਨੂੰ, ਉਹ ਧਾਮੀ ਹਰਾਂ ਦੇ ਨਿੱਜੀ ਕਿਰਦਾਰ ਕਰਕੇ, ਨਿੱਜੀ ਵਿਵਹਾਰ ਕਰਕੇ ਪਈਆਂ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਰਕੇ ਪਈਆਂ? ਦੇਖੋ KP ਸਿੰਘ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਕਿ ਜਿਹੜੇ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ, ਮੇਰੇ ਖਿਆਲ 'ਚ ਲੰਬੇ ਸਮੇਂ ਬਾਅਦ ਇਹੋ ਜਿਹੀ ਸਾਫ਼ ਸੁਥਰੇ ਔਰ ਸਾਦਗੀ ਵਾਲੀ ਸ਼ਖਸੀਅਤ ਜਿਹੜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਔਰ ਇਹ ਵੀ ਤੁਹਾਨੂੰ ਜਾਣਕਾਰੀ ਲਈ ਦੱਸ ਦੇਵਾਂ ਕਿ ਮਾਸਟਰ ਤਾਰਾ ਸਿੰਘ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਇਹੋ ਜਿਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਸੰਸਥਾ ਦੀ ਜਿਹੜੀ ਗੱਡੀ ਪ੍ਰਧਾਨ ਨੂੰ ਮਿਲਦੀ ਹੈ, ਉਸ ਗੱਡੀ ਦੇ ਵਿੱਚ ਤੇਲ ਵੀ ਕੋਲੋਂ ਪਵਾਉਂਦੇ ਨੇ। ਸੋ ਇਸ ਤਰ੍ਹਾਂ ਦੇ ਉਹ ਬਹੁਤ ਸਾਰੇ ਉਹਨਾਂ ਦੇ ਜਿਹੜੇ ਉਹਨਾਂ ਦੀ ਕਾਰਜਸ਼ੈਲੀ, ਉਹਦੇ ਵਿੱਚ ਇਹ ਵੱਡੀ ਗੱਲ ਇਹ ਸ਼ਾਮਲ ਹੈ ਕਿ ਉਹ ਸੰਸਥਾ ਦੇ ਸਾਧਨਾਂ ਦੀ ਵਰਤੋਂ ਬਹੁਤ ਘੱਟ ਕਰਦੇ। ਸੋ ਇਸ ਕਰਕੇ ਇਹ ਵੱਡੇ ਪੱਧਰ ਤੇ ਪ੍ਰਭਾਵ ਧਾਮੀ ਹੋਣਾ ਦੀ ਨਿੱਜੀ ਸ਼ਖਸੀਅਤ ਦਾ ਰਿਹਾ। ਔਰ ਦੂਸਰੀ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਪਾਰਟੀ ਕਰਕੇ ਵੀ ਪਈਆਂ, ਇੱਥੋਂ ਵੀ ਆਪਾਂ ਮੁਨਕਰ ਨਹੀਂ ਹੋ ਸਕਦੇ ਕਿ ਪਾਰਟੀ ਜਿਹੜੀ ਹੁੰਦੀ ਆ, ਜਿਹੜੀ ਪਾਰਟੀ ਨੇ ਉਹਨਾਂ ਨੂੰ ਮੈਂਬਰ ਬਣਾਇਆ, ਉਹ ਪਾਰਟੀ ਦਾ ਵੀ ਕਿਤੇ ਨਾ ਕਿਤੇ ਪ੍ਰਭਾਵ ਹੁੰਦਾ ਆ, ਪਾਰਟੀ ਦਾ ਜਾਬਤਾ ਵੀ ਹੁੰਦਾ, ਪਾਰਟੀ ਦਾ ਡਰ ਵੀ ਹੁੰਦਾ ਆ, ਕਿਉਂਕਿ ਬਹੁਤ ਸਾਰੇ ਮੈਂਬਰ ਜਿਹੜੇ ਆ ਪਾਰਟੀ ਦੀ ਲੀਡਰਸ਼ਿਪ ਤੋਂ ਨਾਰਾਜ਼ ਵੀ ਹੁੰਦੇ ਆ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਪਰ ਜਦੋਂ ਕਿਤੇ ਵੱਡੇ ਸੰਦਰਭ ਦੇ ਵਿੱਚ ਪਾਰਟੀ ਦਾ ਕੋਈ ਮਸਲਾ ਉੱਠਦਾ, ਪਿਛਲੇ ਸਮੇਂ 'ਚ ਵੀ ਵੇਖਦੇ ਆਏ ਆ ਕਿ ਉਹ ਫੇਰ ਜਾ ਕੇ ਘੋੜ ਮੋੜ ਕੇ ਉਹ ਪਾਰਟੀ ਦੇ ਨਾਲ ਹੀ ਖੜ ਜਾਂਦੇ। ਨਹੀਂ, ਪਾਰਟੀ ਨਾਲ ਖੜ ਜਾਂਦੇ, ਪਰ ਜਿਹੜੇ ਇਹਨਾਂ ਦੇ ਵਿਰੋਧੀ ਆ ਉਹ ਤਾਂ ਇਲਜ਼ਾਮ ਲਾਉਂਦੇ ਪਏ ਆ ਕਿ ਉਹਨਾਂ ਮੈਂਬਰਾਂ ਨੂੰ ਫੋਨ ਤੇ ਗੱਲ ਕਰਨ ਤੱਕ ਦੀ ਇਜਾਜ਼ਤ ਨਹੀਂ ਸੀਗੀ, ਟਾਸਕ ਫੋਰਸ ਦੇ ਮੈਂਬਰ ਉਹਨਾਂ ਨਾਲ ਲਾ ਦਿੱਤੇ ਗਏ ਸੀਗੇ। ਇਹੋ ਜਿਹਾ ਪ੍ਰਭਾਵ ਪਾ ਕੇ ਕਹਿੰਦੇ ਉਹਨਾਂ ਨੂੰ ਮੈਂਬਰਾਂ ਨੂੰ ਉਹਦੇ ਕੋਲ ਰੱਖਿਆ ਗਿਆ, ਕਹਿੰਦੇ ਜਦੋਂ ਚੋਣਾਂ ਤੁਸੀਂ ਕਰਾਓਗੇ ਨਾ, ਆਮ ਚੋਣਾਂ, ਉਦੋਂ ਪਤਾ ਲੱਗ ਜੂ ਕਿਹੜੇ ਤੁਹਾਡੇ ਨਾਲ ਹੈਗੇ ਆ।
ਦੇਖੋ ਕੇਪੀ ਸਿੰਘ ਜੀ, ਇਹ ਗੱਲਾਂ ਜਿਹੜੀਆਂ ਸਿਆਸੀ ਲੋਕ ਕਰਦੇ ਹੁੰਦੇ, ਅਸੀਂ ਇੱਕ ਜ਼ਿੰਮੇਵਾਰ ਬੰਦੇ ਆ, ਅਸੀਂ ਜਰਨਲਿਸਟ ਆ, ਅਸੀਂ ਕਿਸੇ ਚੀਜ਼ ਤੇ ਜਿਹੜੀ ਆ ਉਹਦੀ ਪੁਖਤਗੀ ਦੀ ਮੋਹਰ ਨਹੀਂ ਲਗਾ ਸਕਦੇ ਵੀ ਇਹ ਕਿੰਨੇ ਕੁ ਦੋਸ਼ ਸੱਚ ਨੇ। ਸੱਚ ਹੋ ਵੀ ਸਕਦੇ, ਨਹੀਂ ਵੀ ਹੋ ਸਕਦੇ, ਪਰ ਜਿਹੜੀ ਗੱਲ ਤੁਹਾਡੀ ਵਾਲੀ ਗੱਲ ਆ ਕਿ ਇਹਦੇ 'ਚ ਇਹ ਗੱਲ ਠੀਕ ਆ ਕਿ ਜਿਹੜੀ ਕੋਈ ਵੀ ਪਾਰਟੀ ਹੁੰਦੀ ਆ ਉਹ ਇੱਕ ਅਨੁਸ਼ਾਸਨ ਦਾ ਜਾਂ ਜ਼ਾਬਤੇ ਦਾ ਡਰ ਪਾ ਕੇ ਆਪਣੇ ਜਿਹੜੇ ਮੈਂਬਰ ਹੁੰਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਬਾਗੀ ਹੋਣ ਤੋਂ ਰੋਕ ਲੈਂਦੇ ਆ, ਔਰ ਕਾਫੀ ਹੱਦ 'ਚ ਸਫਲ ਵੀ ਰਹਿੰਦੇ ਆ। ਪਰ ਜਿੱਥੋਂ ਤੱਕ ਆਪਾਂ ਗੱਲ ਕੀਤੀ ਆ ਕਿ ਜੇ ਆਮ ਚੋਣਾਂ ਹੋਣਗੀਆਂ, ਆਮ ਚੋਣਾਂ ਦੀ ਜਿਹੜੀ ਗੱਲ ਆ 2011 ਤੋਂ ਬਾਅਦ 2016 ਦੇ ਵਿੱਚ ਆਮ ਚੋਣਾਂ ਹੋਣੀਆਂ ਸੀ, ਪਰ 6 ਸਾਲ ਦੇ ਕਰੀਬ ਜਿਹੜਾ ਸ਼੍ਰੋਮਣੀ ਕਮੇਟੀ ਦਾ ਹਾਊਸ ਜਿਹੜਾ ਉਹ ਮੁਲਤਵੀ ਰਿਹਾ ਸਹਿਜਧਾਰੀ ਜਿਹੜੇ ਸਿੱਖਾਂ ਨੂੰ ਵੋਟ ਦੇ ਮਾਮਲੇ ਦੇ ਉੱਤੇ, ਜਿਸ ਕਰਕੇ ਇਹਦੇ ਤੇ ਵੀ ਇੱਕ ਬੜਾ ਤਗੜਾ ਭੁਲੇਖਾ ਬਣਿਆ ਮੀਡੀਆ ਹਲਕਿਆਂ 'ਚ ਵੀ ਔਰ ਸਿਆਸੀ ਹਲਕਿਆਂ 'ਚ ਵੀ। ਕਿਹਾ ਜਾਂਦਾ ਹੈ ਕਿ 2011 ਤੋਂ ਬਾਅਦ ਹੁਣ ਤੱਕ ਹਾਊਸ ਦੀ ਤਕਰੀਬਨ 11-12 ਸਾਲ ਹੋ ਗਏ ਆ, ਵੋਟਾਂ ਨਹੀਂ ਪਈਆਂ ਦੁਬਾਰਾ, ਜਦ ਕਿ ਗੱਲ ਇਸ ਤਰ੍ਹਾਂ ਨਹੀਂ। ਹਾਊਸ ਨੂੰ ਜਿਹੜੀ ਮਾਨਤਾ ਉਹ 2016 'ਚ ਮਿਲੀ, ਸੋ ਹਾਊਸ ਤੇ 2016 ਤੋਂ ਹੀ ਮੰਨਿਆ ਜਾਏਗਾ ਨਾ। 2016 ਤੋਂ ਲੈ ਕੇ 22 ਤੱਕ ਤਕਰੀਬਨ 5 ਸਾਲ ਹੋ ਚੱਲੇ ਆ, 5-6 ਸਾਲ ਹੋ ਗਏ, ਮੰਨ ਲਓ ਸਾਲ ਉੱਪਰ ਹੋ ਗਿਆ। ਸੋ ਇਸ ਤਰ੍ਹਾਂ ਜਿਹੜੀਆਂ ਆਮ ਚੋਣਾਂ ਉਹ ਤੇ ਡਿਊ ਪਈਆਂ ਹੀ ਨੇ। ਪਰ ਇਹ ਵੇਖਣ ਵਾਲੀ ਗੱਲ ਆ ਕਿ ਜਿਸ ਤਰ੍ਹਾਂ ਅਸੀਂ ਪਿਛਲੇ ਸਮਿਆਂ ਦੌਰਾਨ ਵੇਖਦੇ ਆਏ ਆ ਕਿ ਜਿਹੜੀ ਆਮ ਚੋਣਾਂ ਆ ਉਹ ਕੇਂਦਰ ਸਰਕਾਰਾਂ ਲੰਬੇ ਸਮੇਂ ਤੱਕ ਨਹੀਂ ਕਰਾਉਂਦੀਆਂ, ਔਰ ਜਿੱਥੋਂ ਤੱਕ ਸਾਡੀ ਸੋਝੀ ਆ, ਸਾਡਾ ਇਹ ਮੰਨਣਾ ਕਿ ਜਿਹੜੀ ਕੇਂਦਰ ਸਰਕਾਰ ਆ, ਕੋਈ ਵੀ ਕੇਂਦਰ 'ਚ ਸਰਕਾਰ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿੱਖਾਂ ਦੀ ਬੜੀ ਜ਼ਿੰਮੇਵਾਰ ਔਰ ਸਿਰਮੌਰ ਸੰਸਥਾ ਆ, ਔਰ ਕੇਂਦਰ ਸਰਕਾਰ ਬੇਸ਼ੱਕ ਉਹਦਾ ਸਿੱਧਾ ਇਹਦੇ ਵੱਲ ਕੋਈ ਸਰੋਕਾਰ ਨਹੀਂ, ਪਰ ਇੱਕ ਧਿਆਨ ਉਹਦਾ ਜ਼ਰੂਰ ਰਹਿੰਦਾ ਕਿ ਉਹ ਚਾਹੁੰਦੀ ਹੈ ਕਿ ਇਸ ਸੰਸਥਾ ਤੇ ਕੋਈ ਇਹੋ ਜਿਹੀ ਪਾਰਟੀ ਜਾਂ ਇਹੋ ਜਿਹੀ ਧਿਰ ਹੀ ਜਿਹੜੀ ਆ ਕਾਇਮ ਰਹੇ, ਜਿਹੜੀ ਮੁੱਖ ਧਾਰਾ ਦੀ ਵੀ ਹੋਵੇ, ਔਰ ਜਿਹੜੀ ਜਿਸ ਤਰ੍ਹਾਂ ਕਹਿ ਲਈਏ ਕਿ ਉਹ ਜਿਹੜੀ ਰਾਸ਼ਟਰਵਾਦ ਜਾਂ ਦੇਸ਼ ਭਗਤੀ ਦੀ ਤਾਂ ਜਿਹੜੀ ਮੁੱਖ ਧਾਰਾ ਉਹਦੇ ਨਾਲ ਵੀ ਕਿਤੇ ਨਾ ਕਿਤੇ ਜੁੜੀ ਰਵੇ। ਕਿਉਂਕਿ ਆਮ ਤੌਰ ਤੇ ਪਹਿਲੀਆਂ ਚੋਣਾਂ 'ਚ ਵੀ ਅਸੀਂ ਦੇਖਦੇ ਆਏ ਆ ਕਿ ਇਹ ਇਸ ਤਰ੍ਹਾਂ ਦਾ ਪ੍ਰਭਾਵ ਬਣ ਜਾਂਦਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਕੇਂਦਰੀ ਏਜੰਸੀਆਂ ਦਾ ਵੀ ਜਾਂ ਸਰਕਾਰ ਦਾ ਵੀ, ਕਿ ਜਿਹੜੀਆਂ ਖਾਲਿਸਤਾਨੀ ਧਿਰਾਂ ਨੇ ਜਾਂ ਵੱਖਵਾਦੀ ਧਿਰਾਂ ਨੇ, ਕਿਤੇ ਉਹਨਾਂ ਨੂੰ ਇਹ ਤੌਖਲਾ ਪੈਦਾ ਹੋ ਜਾਂਦਾ ਕਿ ਕਿਤੇ ਉਹ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋ ਕੇ ਉਹ ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਨਾ ਚਲਾਉਣ ਲੱਗ ਪੈਣ। ਸੋ ਸਾਨੂੰ ਐਵੇਂ ਲੱਗਦਾ ਹੈ ਕਿ ਕੇਂਦਰ ਸਰਕਾਰ ਚੋਣਾਂ, ਆਮ ਚੋਣਾਂ, ਚਾਹੇ ਹਾਲਾਤ ਕੁਝ ਵੀ ਹੋਣ, ਉਹ ਉਦੋਂ ਹੀ ਕਰਾਵੇਗੀ ਜਦੋਂ ਮੁੱਖ ਧਾਰਾ ਦੀਆਂ ਜਥੇਬੰਦੀਆਂ ਕੁਝ ਆਪਣੇ ਪ੍ਰਭਾਵ ਦੇ ਵਿੱਚ ਜਾਂ ਕੁਝ ਤਾਕਤ ਦੇ ਵਿੱਚ ਹੋਣ। ਸਿੱਖਾਂ ਦੀਆਂ ਜਥੇਬੰਦੀਆਂ, ਚਾਹੇ ਅਕਾਲੀ ਦਲ ਬਾਦਲ ਹੋਵੇ, ਚਾਹੇ ਕੋਈ ਵੀ ਹੋਵੇ। ਠੀਕ ਹੈ, ਇੱਕ ਹੋਰ ਛੋਟਾ ਜਿਹਾ ਵਕਫਾ ਲਵਾਂਗੇ, ਵਕਫੇ ਤੋਂ ਵਾਪਸ ਆਵਾਂਗੇ। ਬਹੁਤ ਬਰੀਕ ਬਿੰਦੂ ਹੈ ਜਿਨ੍ਹਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਬਹੁਤ ਬਰੀਕ ਚਰਚਾਵਾਂ ਹੈਗੀਆਂ, ਬਿਟਵੀਨ ਦੀ ਲਾਈਨ ਸਮਝਣ ਦੀ ਜ਼ਰੂਰਤ ਹੈਗੀ ਹੈ। ਤੇ ਜਿਹੜੀ ਗੱਲ ਮਿਸਟਰ ਬੁੱਟਰ ਨੇ ਕੀ ਹੈ ਕਿ ਮੀਡੀਆ ਵਿੱਚ ਵੀ ਇਹ ਪ੍ਰਭਾਵ ਹੈ ਕਿ 2011 ਤੋਂ ਚੋਣਾਂ ਨਹੀਂ ਹੋਈਆਂ, ਉਹਨਾਂ ਦੀ ਗੱਲ ਬਿਲਕੁਲ ਸਹੀ ਹੈ। ਕਈ ਇਹੋ ਜਿਹੀ ਰਿਪੋਰਟਿੰਗ ਕਰਦੇ ਪਏ ਆ ਜਿਹਦੇ ਵਿੱਚ ਤੱਥ ਗਾਇਬ ਹੁੰਦੇ ਆ ਤੇ ਸੱਚ ਆ ਜਿਹੜਾ ਉਹ ਕੋਸਾਂ ਦੂਰ ਹੁੰਦਾ। ਉਸੇ ਸੱਚ ਨੂੰ ਖੰਗਾਲਣ ਦੀ ਕੋਸ਼ਿਸ਼ ਵਿੱਚ ਅਸੀਂ ਬੈਠੇ ਆ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਪੰਥਕ ਪੋਲਿਟਿਕਸ ਅੱਗੇ ਚੈਲੰਜ ਕੀ ਹੈ, ਮਿਸਟਰ ਬੁੱਟਰ ਸਾਡੇ ਨਾਲ ਮੌਜੂਦ ਹੈਗੇ ਆ। ਬੁੱਟਰ ਸਾਹਿਬ, ਜਿਹੜੀ ਗੱਲ ਤੁਸੀਂ ਕਹੀ ਹੈ ਕਿ ਕੋਈ ਇਹੋ ਜਿਹੀ ਧਿਰ ਆ ਜਿਹੜੀ ਉਹ ਇਸ ਸਿਰਮੌਰ ਸੰਸਥਾ ਦੇ ਉੱਤੇ ਸੰਭਾਲੇ ਉਹਦਾ ਕੰਮਕਾਜ, ਜਿਹੜੀ ਕਿ ਮੁੱਖ ਧਾਰਾ ਨੂੰ ਵੀ ਸੰਬੋਧਨ ਕਰਦੀ ਹੋਵੇ, ਮੁੱਖ ਧਾਰਾ ਵਿੱਚ ਵੀ ਵਹਿੰਦੀ ਹੋਵੇ। ਮੇਰਾ ਸਵਾਲ ਆ ਮਿਸਟਰ ਬੁੱਟਰ, ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੀ ਕੋਈ ਵਿਰੋਧੀ ਧਿਰ ਹੈ, ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਮੁੱਖ ਧਿਰ ਹੈ ਇਸ ਸ਼੍ਰੋਮਣੀ ਕਮੇਟੀ ਦੀ ਬੜੇ ਲੰਬੇ ਸਮੇਂ ਤੋਂ, ਜਿਹੜੀ ਵਿਰੋਧੀ ਧਿਰ ਉਹ ਤਾਂ ਚਾਹੁੰਦੀ ਹੈ ਨਾ ਕੋਈ ਇਹੋ ਜਿਹਾ ਬੰਦਾ ਇਹਨਾਂ ਦੇ ਸਾਹਮਣੇ ਖੜਾ ਕੀਤਾ ਜਾਵੇ ਜਿਸ ਨਾਲ ਇੱਕ ਧੜਾ ਮਜ਼ਬੂਤ ਹੋਏ, ਉਦੋਂ ਆਮ ਚੋਣਾਂ ਕਰਾਈਆਂ ਜਾਣ। ਤਾਂ ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ? ਦੇਖੋ ਕੇਪੀ ਸਿੰਘ ਜੀ, ਗੱਲ ਇਸ ਤਰ੍ਹਾਂ ਜਿਵੇਂ ਵਿਰੋਧੀ ਧਿਰ ਪਿਛਲੇ ਲੰਬੇ ਸਮੇਂ ਤੋਂ ਸਮੇਂ ਤੇ ਸਰਕਾਰਾਂ ਕੋਸ਼ਿਸ਼ ਤੇ ਕਰਦੀਆਂ ਰਹੀਆਂ ਆ ਕਿ ਵਿਰੋਧੀ ਧਿਰ ਅਕਾਲੀ ਦਲ ਦੇ ਜਿਹੜਾ ਉਹ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਵੀ ਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਖੜੀ ਕੀਤੀ ਜਾਵੇ। ਪਰ ਬਹੁਤ ਘੱਟ ਸਮੇਂ ਹੋਇਆ ਕਿ ਜਦੋਂ ਵਿਰੋਧੀ ਧਿਰ ਜਿਹੜੀ ਆ ਉਹ ਕੋਈ ਕਾਮਯਾਬ ਹੋ ਸਕੀ। ਆਪਾਂ ਪੁਰਾਣੀ ਗੱਲ ਕਰ ਲਈਏ ਕਿ 1961 ਦੇ ਵਿੱਚ ਜਦੋਂ ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਲਈ ਮਰਨ ਵਰਤ ਰੱਖਣ ਦਾ ਐਲਾਨ ਕੀਤਾ ਸੀ, ਪਰ ਉਹ ਨਹੀਂ ਰੱਖਿਆ ਤੇ ਉਸ ਤੋਂ ਬਾਅਦ ਪਾਰਟੀ ਦੇ ਅੰਦਰ ਪਹਿਲੀ ਵਾਰ ਖੁੱਲ੍ਹੇ ਰੂਪ ਦੇ ਵਿੱਚ ਬਗਾਵਤ ਸਾਹਮਣੇ ਆਈ ਸੀ। ਤੇ ਉਸ ਵੇਲੇ ਜਿਹੜਾ ਆ ਉਹ ਸੰਤ ਫਤਿਹ ਸਿੰਘ ਨੂੰ ਜਿਹੜਾ ਉਹ ਵੱਖਰਾ ਧੜਾਉਣਾ ਅਕਾਲੀ ਦਲ ਦਾ ਬਣਾ ਲਿਆ। ਉਸ ਵੇਲੇ ਵੀ ਇਹ ਚਰਚਾਵਾਂ ਸੀ ਕਿ ਉਹਨਾਂ ਦੇ ਮਗਰ ਉਸ ਵੇਲੇ ਨਹਿਰੂ ਨਹੀਂ ਸੀਗੇ ਜਾਂ ਕੇਂਦਰ ਦੀ ਜਿਹੜੀ ਕਾਂਗਰਸ ਆ ਉਹਦੀ ਲੀਡਰਸ਼ਿਪ ਸੀਗੀ ਸੰਤ ਫਤਿਹ ਸਿੰਘ ਦੇ ਮਗਰ। ਪਰ ਸੰਤ ਫਤਿਹ ਸਿੰਘ ਕਾਮਯਾਬ ਕਿਵੇਂ ਹੋਏ ਕਿ ਉਹਨਾਂ ਨੇ ਪੰਥਕ ਏਜੰਡੇ ਨੂੰ ਪਰਣਾਇਆ, ਪੰਥ ਦੇ ਮੁੱਦਿਆਂ ਨੂੰ ਸੰਬੋਧਿਤ ਹੋਏ, ਔਰ
ਜਿਹੜੀ ਆਪਣੇ 55 ਦੇ ਵਿੱਚ ਸ਼੍ਰੋਮਣੀ ਕਮੇਟੀ ਇਲੈਕਸ਼ਨ ਹੋਈ ਸੀਗੀ, ਉਹਦੇ ਵਿੱਚ ਉਹਨਾਂ ਨੇ 55 ਨਹੀਂ 65 ਦੇ ਵਿੱਚ ਸ਼੍ਰੋਮਣੀ ਕਮੇਟੀ ਇਲੈਕਸ਼ਨ ਹੋਈ ਸੀ, ਉਹਦੇ ਵਿੱਚ ਉਹਨਾਂ ਨੂੰ ਬੜਾ ਵੱਡਾ ਬਹੁਮਤ ਮਿਲਿਆ ਤੇ ਮਾਸਟਰ ਤਾਰਾ ਸਿੰਘ ਰਾਜਨੀਤੀ ਤੋਂ ਪਾਸੇ ਹੋ ਗਏ। ਸੋ ਉਸ ਤੋਂ ਬਾਅਦ ਲੰਬਾ ਸਮਾਂ ਅਸੀਂ ਵੇਖਦੇ ਆਏ ਆ ਇਸ ਤਰ੍ਹਾਂ ਸਰਕਾਰਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਾਮਯਾਬ ਨਹੀਂ ਹੋ ਸਕੀਆਂ। 1979 ਦੀਆਂ ਜਦੋਂ ਸ਼੍ਰੋਮਣੀ ਕਮੇਟੀ ਚੋਣਾਂ ਹੋਈਆਂ ਸੀਗੀਆਂ, ਬੇਸ਼ੱਕ ਉਦੋਂ ਥੋੜਾ ਦੌਰ ਜਿਹੜਾ ਉਹ ਜਿਹੜਾ ਅਸ਼ਾਂਤ ਮਾਹੌਲ ਸੀਗਾ ਪੰਜਾਬ ਦੇ ਵਿੱਚ। 1979 ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦਲ ਖਾਲਸਾ ਨੇ ਰਲ ਕੇ ਅਕਾਲੀ ਦਲ ਬਾਦਲ ਦੇ ਖਿਲਾਫ ਚੋਣਾਂ ਲੜੀਆਂ ਸੀ, ਪਰ ਉਸ ਵੇਲੇ ਉਹਨਾਂ ਦਾ ਇੰਨਾ ਪ੍ਰਭਾਵ ਹੋਣ ਦੇ ਬਾਵਜੂਦ ਉਹਨਾਂ ਨੂੰ ਵੱਡੀ ਕੋਈ ਕਾਮਯਾਬੀ ਨਹੀਂ ਮਿਲ ਸਕੀ ਤੇ ਫਿਰ ਅਕਾਲੀ ਦਲ ਬਾਦਲ ਹੀ ਆਇਆ। 96 ਦੇ ਵਿੱਚ ਵੀ ਬੜਾ ਵੱਡੀ ਕੋਸ਼ਿਸ਼ ਹੋਈ, ਉਸ ਵੇਲੇ ਵੀ ਜਿਹੜਾ ਉਹ ਕਾਮਯਾਬ ਨਹੀਂ ਹੋਏ। ਉਸ ਤੋਂ ਬਾਅਦ 2004 ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਪੰਥਕ ਮੋਰਚਾ ਬਣਿਆ ਸੀ, ਜਿਹਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਹਮਾਇਤੀ ਜਿਹੜੇ ਪੁਰਾਣੇ ਟਕਸਾਲੀ ਲੀਡਰ ਉਹ ਵੀ ਸੀਗੇ, ਸੰਤ ਸਮਾਜ ਵੀ ਉਹਨਾਂ ਦੇ ਮਗਰ ਸੀਗਾ, ਸਿਮਰਨਜੀਤ ਸਿੰਘ ਮਾਨ ਦਾ ਗਰੁੱਪ ਸੀ, ਹੋਰ ਕਈ ਗਰੁੱਪ ਸੀ, ਪਰ ਉਹਨਾਂ ਨੂੰ ਵੀ ਕਾਮਯਾਬੀ ਨਹੀਂ ਮਿਲੀ। ਹੁਣ ਇਹ ਜੇ ਤੇ ਪਿਛੋਕੜ ਵੱਲ ਝਾਤ ਮਾਰੀਏ ਉਹਦੇ ਕੁਝ ਕਾਰਨ ਵੀ ਨੇ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਕੇਂਦਰ ਦੀਆਂ ਸਰਕਾਰਾਂ ਫਿਰ ਕਿਤੇ ਨਾ ਕਿਤੇ ਜਾ ਕੇ ਡਰ ਜਾਂਦੀਆਂ ਕਿ ਇਹ ਤੇ ਇੱਕ ਅਕਾਲੀ ਦਲ ਨਿਰਕੀ ਪਰਖੀ ਹੋਈ ਧਿਰ ਆ ਕੇਂਦਰ ਦੇ ਲਈ, ਕੇਂਦਰ ਦੇ ਮਾਫਕ ਆ, ਔਰ ਕੇਂਦਰ ਦੇ ਨਾਲ ਕਿਉਂਕਿ ਲੰਬਾ ਸਮਾਂ ਸਿਆਸਤ ਦੇ ਵਿੱਚ ਵੀ ਰਹੀ ਆ। ਤੁਸੀਂ ਇਹ ਬੜਾ ਅਹਿਮ ਪਹਿਲੂ ਸਾਡੇ ਨਾਲ ਸਾਂਝਾ ਕਰ ਰਹੇ ਹੋ ਬਟ ਉਹਨਾਂ ਨੂੰ ਇਹ ਵੀ ਆ ਕਿ ਇਹ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਸਰਕਾਰਾਂ ਵੀ ਅਕਾਲੀ ਦਲ ਬਣਾਉਂਦਾ, ਔਰ ਇਹ ਕਿਤੇ ਨਾ ਕਿਤੇ ਜਾ ਕੇ ਉਦਾਰਵਾਦੀ ਜਿਹੜੀ ਭਾਵਨਾ ਵਾਲੀ ਪਾਰਟੀ ਆ। ਉਹ ਫਿਰ 2004 ਦੇ ਵਿੱਚ ਵੀ ਐਵੇਂ ਹੋਇਆ ਸੀ। ਮੇਰਾ ਸਵਾਲ ਥੋੜਾ ਜਿਹਾ ਤੋਂ ਹਟ ਕੇ ਹੈ ਬੁੱਟਰ ਸਾਹਿਬ, ਹੈ ਇਹਦੇ ਨਾਲ ਜੁੜਿਆ ਹੋਇਆ। ਸ਼੍ਰੋਮਣੀ ਅਕਾਲੀ ਦਲ ਦੁਬਾਰਾ ਸ਼੍ਰੋਮਣੀ ਕਮੇਟੀ ਵਿੱਚ ਆ ਜਾਵੇ, ਇਸ ਤੇ ਸ਼ਾਇਦ ਕੇਂਦਰ ਨੂੰ ਇਤਰਾਜ਼ ਨਾ ਹੋਵੇ, ਪਰ ਬਾਦਲ ਦੀ ਅਗਵਾਈ ਵਿੱਚ ਆਵੇ, ਸ਼ਾਇਦ ਇਸ ਤੇ ਇਤਰਾਜ਼ ਹੈ। ਬੁੱਟਰ ਸਾਹਿਬ ਦੇਖੋ ਕੇਪੀ ਸਿੰਘ ਜੀ, ਇੱਕ ਬੜਾ ਵੱਡਾ ਸਿਆਸੀ ਸਵਾਲ ਆ ਕਿ ਬੀਜੇਪੀ ਨੇ ਜਿਵੇਂ 23-24 ਸਾਲ ਇਹਨਾਂ ਦਾ ਗੱਠਜੋੜ ਰਿਹਾ, ਗੱਠਜੋੜ ਟੁੱਟਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਟਕਰਾਅ ਚੱਲ ਰਿਹਾ, ਅੰਦਰੂਨੀ ਟਕਰਾਅ ਚੱਲ ਰਿਹਾ, ਬੀਜੇਪੀ ਫਰੰਟ ਤੇ ਨਹੀਂ ਆ ਰਹੀ। ਜਿਵੇਂ ਕਿਹਾ ਜਾ ਰਿਹਾ ਕਿ ਦਿੱਲੀ ਕਮੇਟੀ 'ਚ ਵੀ ਅਕਾਲੀ ਦਲ ਬਾਦਲ ਨੂੰ ਪਾਸੇ ਕਰਕੇ ਤੇ ਉਹ ਬੀਜੇਪੀ ਦੇ ਸਮਰਥਨ ਵਾਲਾ ਅਕਾਲੀ ਦਲ ਜਿਹੜਾ ਸੀ ਨਵਾਂ ਬਣਿਆ ਉਹ ਅੱਗੇ ਆ ਗਏ। ਹਜੂਰ ਸਾਹਿਬ ਬੋਰਡ ਤੇ ਵੀ ਤਕਰੀਬਨ ਇਹੀ ਮੰਨਿਆ ਜਾਂਦਾ ਕਿ ਬੀਜੇਪੀ ਦੇ ਸਮਰਥਨ ਵਾਲੇ ਸਿੱਖ ਨੇ। ਹਰਿਆਣਾ ਕਮੇਟੀ ਬਣ ਗਈ, ਹੁਣ ਹੁਣੇ ਸ਼੍ਰੋਮਣੀ ਕਮੇਟੀ ਦੀ ਚੋਣ ਹੋਈ, ਇਹਦੇ ਮਗਰ ਵੀ ਕਿਹਾ ਜਾਂਦਾ ਕਿ ਬੀਜੇਪੀ ਦਾ ਸਮਰਥਨ ਸੀਗਾ। ਸੋ ਕਹਿਣ ਦਾ ਭਾਵ ਆ ਕਿ ਕੋਸ਼ਿਸ਼ਾਂ ਤੇ ਹੁੰਦੀਆਂ ਆ, ਪਰ ਸਮੱਸਿਆ ਫਿਰ ਇੱਥੇ ਆ ਕੇ ਖੜ ਜਾਂਦੀ ਹੈ ਕਿ ਉਹ ਲੀਡਰਸ਼ਿਪ ਕਾਮਯਾਬ ਕਿਉਂ ਨਹੀਂ ਹੋਈ। 2000 ਤਕਰੀਬਨ ਮੇਰੇ ਖਿਆਲ 2 ਸਾਲ ਹੋ ਚੱਲੇ ਆ ਜਿਹੜੇ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਟੁੱਟੇ ਨੂੰ। ਸਰਦਾਰ ਸੁਖਦੇਵ ਸਿੰਘ ਢੀਂਡਸਾ ਵੱਖ ਹੋਏ, ਉਹਨਾਂ ਨੇ ਵੀ ਵੱਖਰੀ ਪਾਰਟੀ ਬਣਾਈ, ਹੋਰ ਵੀ 2-3 ਧਿਰਾਂ ਨੇ, ਉਹਨਾਂ ਬਾਰੇ ਵੀ ਕਿਹਾ ਜਾਂਦਾ ਕਿ ਬੀਜੇਪੀ ਨਾਲ ਉਹਨਾਂ ਦੀ ਨੇੜਤਾ, ਪਰ ਅਜੇ ਤੱਕ ਅਸੀਂ ਵੇਖਿਆ ਵਿਧਾਨ ਸਭਾ ਚੋਣਾਂ ਦੇ ਵਿੱਚ ਵੇਖਿਆ ਕਿ ਉਹ ਇੱਕ ਵੀ ਆਪਣਾ ਐਮਐਲਏ ਨਹੀਂ ਜਿਤਾ ਸਕੇ। ਸੋ ਇੱਕ ਵੱਡਾ ਸਵਾਲ ਆ ਕਿ ਅਕਾਲੀ ਦਲ ਬਾਦਲ ਜਿਹਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਕਰਦੇ ਆ, ਉਹਨਾਂ ਦੇ ਖਿਲਾਫ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੀ ਲੀਡਰਸ਼ਿਪ ਜਿਹੜੀ ਪੂਰੀ ਤਰ੍ਹਾਂ ਪਾਰਟੀ ਨੂੰ ਜਥੇਬੰਦ ਰੱਖਣਾ ਔਰ ਪਾਰਟੀ ਨੂੰ ਸੱਤਾ ਦੇ ਵਿੱਚ ਲਿਆਉਣ 'ਚ ਕਾਮਯਾਬ ਨਹੀਂ ਹੋਈ। ਪਰ ਇਹ ਵੀ ਵੱਡੀ ਗੱਲ ਆ ਕਿ ਉਹਨਾਂ ਦੇ ਖਿਲਾਫ ਇੱਕ ਵੱਡੀ ਲੀਡਰਸ਼ਿਪ ਵੀ ਪੈਦਾ ਨਹੀਂ ਹੋ ਸਕੀ। ਬੇਸ਼ੱਕ ਉਹਦੇ ਮਗਰ ਬੀਜੇਪੀ ਰਹੀ ਹੋਵੇ, ਬੇਸ਼ੱਕ ਉਹਦੇ ਮਗਰ ਕਾਂਗਰਸ ਨੇ ਵੀ ਆਪਣੀਆਂ ਸਰਕਾਰਾਂ ਦੇ ਵੇਲੇ ਕੋਸ਼ਿਸ਼ ਕੀਤੀ ਰਹੀ ਹੋਵੇ, ਪਰ ਉਹ ਇੱਕ ਵੱਡਾ ਸਵਾਲ ਆ ਜਿਹੜੇ ਸਿਆਸੀ ਵਿਸ਼ਲੇਸ਼ਕਾਂ ਦੇ ਲਈ ਇਹ ਸਮਝਣ ਦਾ ਵਿਸ਼ਾ ਆ ਕਿ ਕਿਉਂ ਨਹੀਂ ਕਾਮਯਾਬ ਹੋ ਸਕੀ। ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਟੇਟਮੈਂਟ ਦਿੰਦਾ ਹੈ, ਤੁਸੀਂ ਉਸ ਨਾਲ ਇਤਫਾਕ ਰੱਖਦੇ ਹੋ? ਉਹ ਕਹਿੰਦੇ 3 ਸਰਕਾਰਾਂ ਨੂੰ ਹਰਾਇਆ। ਕਿਹੜੀਆਂ ਚੋਣਾਂ ਦੇ ਵਿੱਚ 3 ਸਰਕਾਰਾਂ? ਇਸੇ 'ਚ ਕਹਿ ਰਹੇ ਹੋ, ਕਹਿੰਦੇ 3 ਸਰਕਾਰਾਂ ਨੂੰ ਹਰਾਇਆ। ਇਹ ਸਰਕਾਰਾਂ ਨੂੰ ਦੇਖੋ, ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸੰਸਥਾ ਆ, ਇਹਦਾ ਹੁਣ ਤੱਕ ਨੁਕਸਾਨ ਹੀ ਵੱਡਾ ਇਸੇ ਕਰਕੇ ਹੋਇਆ ਕਿ ਅਸੀਂ ਇਹਨੂੰ ਨਾ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਧਰਮ ਤੇ ਰਾਜਨੀਤੀ ਇਕੱਠੇ ਚੱਲਦੇ ਸਿੱਖੀ ਗੁਰਮਤ ਦੇ ਵਿੱਚ, ਪਰ ਧਰਮ ਦੀ ਤਾਬਿਆ ਰਾਜਨੀਤੀ ਆ। ਹੁਣ ਤੁਹਾਡੀ ਗੱਲ ਦੇ ਪਿਛੋਕੜ 'ਚ ਮੈਂ ਗੱਲ ਕਰ ਲਾਂ, ਪਹਿਲਾਂ ਜਦੋਂ 2011 ਦੇ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਚੋਣਾਂ ਆਈਆਂ ਸੀ, ਉਦੋਂ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀਗਾ ਕਿ ਜਿਹੜਾ ਆਪਣਾ ਇਹ ਵਿਧਾਨ ਸਭਾ ਦਾ ਸੈਮੀ ਫਾਈਨਲ ਆ 2011 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ। ਸੋ ਇਹ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਵੀ ਇਹ ਸਿੱਖ ਸੰਸਥਾ ਦੀ ਪ੍ਰਭੂ ਸੱਤਾ ਜਾਂ ਸਿੱਖ ਸੰਸਥਾ ਦੇ ਵਕਾਰ ਨੂੰ ਸਾਹਮਣੇ ਰੱਖਦਿਆਂ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਤੇ ਸਿੱਖ ਧਰਮ ਦੀ ਜਿਹੜੀ ਰਾਜਨੀਤੀ ਹੈ, ਜਿਹੜੀ ਸਿੱਖ ਸੰਸਥਾ ਦੀ ਰਾਜਨੀਤੀ ਇੱਕ ਬਿਲਕੁਲ ਅਲੱਗ ਆ। ਇਹਦੇ ਵਿੱਚ ਨਾ ਤੇ ਕਿਸੇ ਨੂੰ ਸੈਮੀ ਫਾਈਨਲ ਕਿਹਾ ਜਾ ਸਕਦਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ, ਔਰ ਨਾ ਹੀ ਸ਼੍ਰੋਮਣੀ ਕਮੇਟੀ ਦੀ ਇਜਲਾਸ ਦੇ ਵਿੱਚ ਇਹ ਕਿਹਾ ਜਾ ਸਕਦਾ ਵੀ ਅਸੀਂ ਸਰਕਾਰਾਂ ਨੂੰ ਹਰਾਇਆ। ਉਹ ਕਿਉਂ ਨਹੀਂ ਕਿਹਾ ਜਾ ਸਕਦਾ? ਕਿਉਂਕਿ ਇਹ ਨਿਰੋਲ ਗੁਰਮਤ ਦਾ ਪ੍ਰਬੰਧ ਆ। ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਹੁਣ ਚੋਣ ਸੀਗੀ, ਇਸ ਦੇ ਵਿੱਚ ਇਹ ਗੱਲ ਪ੍ਰਤੱਖ ਆ ਕਿ ਜਦੋਂ ਸਿੱਖਾਂ ਨੂੰ ਜਾਂ ਮੈਂਬਰਾਂ ਨੂੰ ਇਹ ਜਾਪਿਆ ਕਿ ਸਾਡੇ ਮਗਰ ਕੁਝ ਇਹੋ ਜਿਹੀਆਂ ਸ਼ਕਤੀਆਂ ਦਾ ਨਾਂ ਲੱਗ ਰਿਹਾ ਕਿ ਜਿਹੜੀਆਂ ਸ਼ਕਤੀਆਂ ਨੂੰ ਸਿੱਖ ਕੌਮ ਜਿਹੜੀ ਆ ਉਹ ਸਿੱਧੇ ਤੌਰ ਤੇ ਧਾਰਮਿਕ ਸੰਸਥਾ ਦੇ ਵਿੱਚ ਉਹਨਾਂ ਦਾ ਦਖਲ ਪਸੰਦ ਨਹੀਂ ਕਰਦੇ, ਤੇ ਮੈਂਬਰ ਡਰ ਗਏ।
ਸੋ ਮੈਂਬਰਾਂ ਨੇ ਅਕਾਲੀ ਦਲ ਬੇਸ਼ੱਕ ਉਹਦੇ ਵਿੱਚ ਲੀਡਰਸ਼ਿਪ ਦਾ ਸੰਕਟ ਵੀ ਚੱਲ ਰਿਹਾ, ਉਹ ਅਕਾਲੀ ਦਲ ਦੇ ਨਾਲ ਜੁੜਨਾ ਬਿਹਤਰ ਸਮਝਿਆ, ਇਸ ਦੀ ਬਜਾਏ ਕਿ ਸਾਡੇ ਮਗਰ ਕਿਸੇ ਇਹੋ ਜਿਹੀ ਸ਼ਕਤੀ ਜਾਂ ਇਹੋ ਜਿਹੀ ਜਮਾਤ ਦਾ ਗੱਲ ਕੀਤੀ ਹੈ ਜਿਹੜੀ ਜਮਾਤ ਦੇ ਵਿੱਚ ਸਿੱਧੇ ਤੌਰ ਤੇ ਸਿੱਖ ਜਿਹੜੇ ਉਹਨਾਂ ਦੇ ਵਿੱਚ ਜਜ਼ਬ ਹੋਣ ਤੋਂ ਡਰਦੇ। ਤੁਸੀਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਮੈਂਬਰ ਡਰ ਗਏ ਜਾਂ ਸਿੱਖਾਂ ਨੂੰ ਡਰਾਇਆ ਜਾ ਰਿਹਾ। ਮੇਰਾ ਸਵਾਲ ਇਹ ਹੈ ਕਿ ਕਿਤੇ ਇਸ ਤੱਕ ਕਿ ਇਸ ਪੋਲਿਟਿਕਸ ਨੂੰ ਹੁਲਾਰਾ ਤਾਂ ਦਿੱਤਾ ਜਾਂਦਾ, ਤੁਸੀਂ ਸਰਕਾਰਾਂ ਨੂੰ ਹਰਾਉਂਦੇ ਆ ਜਾਂ ਸੈਮੀਫਾਈਨਲ ਦੀ ਗੱਲ ਕਰਦੇ ਆ ਵੀ ਉਦੋਂ ਮੈਂਬਰਾਂ ਦੇ ਨਾਲ ਜਿਹੜੇ ਸਿੱਖ ਵੋਟਰ ਹੈਗੇ ਆ ਉਹ ਵੀ ਡਰ ਕੇ ਰਹਿਣ, ਜਾਬਤੇ 'ਚ ਰਹਿਣ, ਕਿਤੇ ਉਸ ਵਾਸਤੇ ਨਹੀਂ ਇਹ ਗੱਲਾਂ ਕਹੀਆਂ ਜਾਂਦੀਆਂ। ਦੇਖੋ ਮੈਨੂੰ ਲੱਗਦਾ ਹੈ ਜਿਹੜੀਆਂ ਸਰਕਾਰਾਂ ਨੂੰ ਹੋਣ ਵਾਲੀ ਸਟੇਟਮੈਂਟ ਨਿਰੋਲ ਰਾਜਨੀਤਿਕ ਸਟੇਟਮੈਂਟ, ਔਰ ਇਹ ਸਟੇਟਮੈਂਟ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਸਾਡਾ ਜਿਹੜਾ ਰਾਜਨੀਤਿਕ ਕੇਡਰ ਵੀ ਥੋੜਾ ਬਹੁਤਾ ਉੱਚਾ ਉੱਠੇ। ਇਹਦੇ 'ਚ ਕੋਈ ਸ਼ੱਕ ਵੀ ਨਹੀਂ ਆ ਕਿ ਇਹ ਅਕਾਲੀ ਦਲ ਦੇ ਜਿਹੜੇ ਵਰਕਰ ਨੇ, ਵਰਕਰ ਪੱਧਰ ਤੇ ਇਸ ਚੋਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਆਪਣੀ ਜਿਹੜੀ ਆ ਉਹ ਯਤਨਾਂ ਦੇ ਵਿੱਚ ਕਾਮਯਾਬ ਰਿਹਾ, ਇਹ ਵਰਕਰ ਦੇ ਵਿੱਚ ਉਤਸ਼ਾਹ ਵੀ ਆਇਆ, ਇਹਦੇ 'ਚ ਕੋਈ ਸ਼ੱਕ ਨਹੀਂ ਆ। ਔਰ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਅਕਾਲੀ ਦਲ ਦੀ ਫਿਲਹਾਲ ਅੱਜ ਦੀ ਘੜੀ ਜਿਹੜੀ ਪਕੜ ਆ ਮਜ਼ਬੂਤ ਹੋਈ ਆ। ਫਿਰ ਮੈਂਬਰਾਂ ਦੀ ਪੁੱਛ ਪੜਤਾਲ ਵੀ ਵਧੀਆ, ਮੈਂਬਰਾਂ ਦੀ ਪੁੱਛ ਬਹੁਤ ਸਾਲਾਂ ਬਾਅਦ। ਹੁਣ ਤੁਸੀਂ ਇੱਕ ਗੱਲ ਵੇਖੋ ਕਿ ਸ਼੍ਰੋਮਣੀ ਕਮੇਟੀ ਦੇ ਜਿਹੜਾ ਉਹਦਾ ਐਕਟ ਆ ਉਹਦੇ ਵਿੱਚ ਮੈਂਬਰ ਇੰਚਾਰਜ ਦਾ ਕੋਈ ਅਹੁਦਾ ਨਹੀਂ ਆ। ਇਹ ਪਹਿਲੀ ਵਾਰ ਤੁਸੀਂ ਵੇਖ ਰਹੇ ਹੋਗੇ ਕਿ ਉਹ ਵੱਖ-ਵੱਖ ਜਿਹੜੇ ਮਾਝਾ, ਮਾਲਵਾ, ਦੁਆਬਾ ਜ਼ੋਨ ਦੇ ਵਿੱਚ ਵੱਖ-ਵੱਖ ਹੋਰਾਂ ਨੇ ਮੈਂਬਰ ਇੰਚਾਰਜ ਲਾਏ ਧਰਮ ਪ੍ਰਚਾਰ ਦੇ। ਇਸ ਤੋਂ ਇਲਾਵਾ ਵੱਖ-ਵੱਖ ਮਹਿਕਮਿਆਂ ਦੇ ਵਿੱਚ ਵੀ ਮੈਂਬਰ ਇੰਚਾਰਜ ਲਾਏ। ਇਹ ਕੋਈ ਸੰਵਿਧਾਨਕ ਅਹੁਦੇ ਨਹੀਂ ਸੀ, ਇਹ ਵੀ ਮੈਨੂੰ ਲੱਗਦਾ ਵੀ ਇਸੇ ਕਰਕੇ ਲਾਏ ਗਏ ਕਿ ਇੱਕ ਤੇ ਮੈਂਬਰਾਂ ਨੂੰ ਸਰਗਰਮ ਕੀਤਾ ਜਾਵੇ, ਹਾਂਜੀ ਸਰਗਰਮ ਵੀ ਕੀਤਾ ਜਾਵੇ, ਦੂਜਾ ਮੈਂਬਰਾਂ ਨੂੰ ਕਿਤੇ ਨਾ ਕਿਤੇ ਸ਼ਕਤੀ ਦੇ ਨਾਲ ਵੀ ਜੋੜੀ ਰੱਖਿਆ ਜਾਵੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਲੱਗਦੀਆਂ ਆ। ਚਲੋ ਇੱਕ ਹੋਰ ਛੋਟਾ ਜਿਹਾ ਵਕਫਾ ਲੈ ਲਈਏ ਬੁੱਟਰ ਸਾਹਿਬ, ਫਿਰ ਵਾਪਸ ਆ ਰਹੇ ਆ ਤੇ ਪੰਥਕ ਪੋਲਿਟਿਕਸ ਅੱਗੇ ਚੈਲੰਜ ਕੀ ਹੈ, ਅਸੀਂ ਇਸੇ ਸਵਾਲ ਤੇ ਗੱਲਬਾਤ ਕਰ ਰਹੇ ਹਾਂ ਤੇ ਵਾਪਸ ਆ ਕੇ ਫਿਰ ਸਵਾਲ ਹੋਣਗੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਪੰਥਕ ਪੋਲਿਟਿਕਸ ਅੱਗੇ ਚੈਲੰਜ ਕੀ ਹੈ ਬੁੱਟਰ ਸਾਹਿਬ, ਜਦੋਂ ਅਸੀਂ ਇਸ ਚੈਲੰਜ ਦੀ ਗੱਲ ਕਰਦੇ ਹਾਂ, ਚਾਹੇ ਉਹ ਬੀਬੀ ਜਗੀਰ ਕੌਰ ਦਾ ਐਪੀਸੋਡ ਹੋਵੇ, ਚਾਹੇ ਉਹ ਬੀਜੇਪੀ ਤੇ ਇਲਜ਼ਾਮ ਲਾਉਣ ਵਾਲਾ ਐਪੀਸੋਡ ਹੋਵੇ, ਸਾਰੇ ਐਪੀਸੋਡ ਦੇ ਵਿਚਾਰੇ ਲਿਫਾਫਾ ਕਲਚਰ ਦਾ ਵੀ ਮੁੱਦਾ ਉੱਠਦਾ। ਕੀ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰਨੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕਾਰਜ ਪ੍ਰਕਿਰਿਆ ਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਤੇ ਸ਼੍ਰੋਮਣੀ ਕਮੇਟੀ ਦੀ ਕਾਰਜ ਪ੍ਰਕਿਰਿਆ, ਕੀ ਇਹਦੇ ਵਿੱਚ ਕੋਈ ਬਦਲਾਅ ਦੇਖਣ ਨੂੰ ਮਿਲੂਗਾ ਜਾਂ ਉਵੇਂ ਹੀ ਚੱਲਦਾ ਆ ਰਿਹਾ ਜਿਵੇਂ ਪਹਿਲਾਂ ਚੱਲਦਾ ਸੀ? ਦੇਖੋ ਕੇਪੀ ਸਿੰਘ ਜੀ, ਦੋ ਗੱਲਾਂ ਹੈ। ਇੱਕ ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਦੂਜੇ ਪਾਸੇ ਬੀਬੀ ਜਗੀਰ ਕੌਰ ਵਿਰੋਧੀ ਧਿਰ 'ਚ ਜਿਹੜੇ ਆਏ, ਚੁਣੌਤੀਆਂ ਅਕਾਲੀ ਦਲ ਬਾਦਲ ਲਈ ਵੀ ਸ਼੍ਰੋਮਣੀ ਕਮੇਟੀ 'ਚ ਹੁਣ ਘੱਟ ਨਹੀਂ ਹੋਣਗੀਆਂ ਔਰ ਚੁਣੌਤੀਆਂ ਵਿਰੋਧੀ ਧਿਰ ਲਈ ਵੀ ਘੱਟ ਨਹੀਂ ਹੋਣਗੀਆਂ। ਉਹ ਕਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਜਿਵੇਂ ਪਿਛਲੇ 10-11 ਸਾਲ ਤੋਂ ਸ਼੍ਰੋਮਣੀ ਕਮੇਟੀ ਦੇ ਵਿੱਚ ਤਕਰੀਬਨ ਬਹੁਮਤ ਦੇ ਵਿੱਚ ਸੀ, ਹੁਣ ਵੀ ਬੇਸ਼ੱਕ ਹੈ, ਪਰ ਵਿਰੋਧੀ ਧਿਰ ਕਮਜ਼ੋਰ ਹੀ ਰਹੀ ਆ। ਇੱਕ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਸ ਤਰ੍ਹਾਂ ਸਰਕਾਰਾਂ ਦੇ ਵਿੱਚ ਹੁੰਦਾ, ਵਿਧਾਨ ਸਭਾ ਦੇ ਵਿੱਚ ਵਿਪ ਲਾਗੂ ਹੁੰਦਾ ਹੈ, ਇਸ ਤਰ੍ਹਾਂ ਦਾ ਨਾ ਹੋਣ ਕਰਕੇ ਇਹਦੇ ਵਿੱਚ ਇੱਕ ਹੋਰ ਚੀਜ਼ ਆ ਬੜੀ ਵੱਖਰੀ ਆ। ਉਹ ਇਹ ਆ ਕਿ ਜਦੋਂ ਕੋਈ ਮੈਂਬਰ, ਜੇ ਮੰਨ ਲਓ ਕਿ 40 ਮੈਂਬਰ ਸ਼੍ਰੋਮਣੀ ਕਮੇਟੀ ਚੋਣਾਂ ਲੜੇ ਤੇ ਉਹ ਚੋਣਾਂ ਲੜੇ ਅਕਾਲੀ ਦਲ ਬਾਦਲ ਦੇ ਵਿਰੋਧ 'ਚ, ਪਰ ਉਹ ਚੋਣਾਂ ਜਿੱਤਣ ਤੋਂ ਬਾਅਦ ਫਿਰ ਅਕਾਲੀ ਦਲ 'ਚ ਵੀ ਸ਼ਾਮਲ ਹੋ ਜਾਂਦੇ। ਸੋ ਇਸ ਤਰ੍ਹਾਂ ਉਹ ਕਹਿਣ ਦਾ ਭਾਵ ਆ ਕਿ ਉਹਦੇ 'ਚ ਵਿਰੋਧੀ ਧਿਰ ਦੇ ਮੈਂਬਰ ਹਮੇਸ਼ਾ ਇੱਕੋ ਜਿੰਨੇ ਨਹੀਂ ਰਹਿੰਦੇ, ਕਦੇ ਵੱਧ ਜਾਂਦੇ, ਕੁਝ ਘਟ ਜਾਂਦੇ ਆ, ਕਿਉਂਕਿ ਉਹ ਮੈਂਬਰ ਜੇ ਪਾਰਟੀ ਛੱਡਦਾ ਤਾਂ ਉਹਦੀ ਕੋਈ ਮੈਂਬਰਸ਼ਿਪ ਵਿਧਾਨ ਸਭਾ ਵਾਂਗ ਖਾਰਜ ਨਹੀਂ ਹੁੰਦੀ। ਸੋ ਇਸ ਕਰਕੇ ਜਿਹੜੇ ਮੈਂਬਰ ਵਿਰੋਧੀ ਧਿਰਾਂ ਵੱਲੋਂ ਜਿੱਤੇ ਵੀ ਜਾਂਦੇ ਆਮ ਚੋਣਾਂ 'ਚ, ਉਹ ਜਦੋਂ ਸੱਤਾ ਦੇ ਵਿੱਚ ਜਿਹੜੀ ਧਿਰ ਹੁੰਦੀ ਆ ਉਹਦੇ ਤੋਂ ਕੁਝ ਨਿੱਜੀ ਕੰਮ ਲੈਣ ਲਈ ਜਾਂ ਕੁਝ ਸ਼ਕਤੀ ਦੇ ਵਿੱਚ ਰਹਿਣ ਲਈ, ਸੱਤਾ ਦੇ ਵਿੱਚ ਰਹਿਣ ਲਈ ਉਹ ਸੱਤਾਧਾਰੀ ਧਿਰ ਦੇ ਵਿੱਚ ਸ਼ਾਮਲ ਹੋ ਜਾਂਦੇ। ਸੋ ਇਹ ਇੱਕ ਗੱਲ, ਵੱਡੀ ਗੱਲ ਇਹ ਆ ਕਿ ਜਿਵੇਂ ਅਕਾਲੀ ਦਲ ਜਿਹੜਾ ਮੈਜੋਰਟੀ ਦੇ ਵਿੱਚ ਸੀ ਉਹਦੀ ਵਿਰੋਧੀ ਧਿਰ ਕਮਜ਼ੋਰ ਸੀਗੀ, ਹੁਣ ਵਿਰੋਧੀ ਧਿਰ ਦੇ ਵਿੱਚ 42 ਮੈਂਬਰ ਹੋਣ ਕਰਕੇ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਕਾਫੀ ਵੱਡੀਆਂ ਚੁਣੌਤੀਆਂ ਵੀ ਸਾਹਮਣਾ ਕਰਨਾ ਪਊ, ਕਿਉਂਕਿ ਜਿਹੜੀ ਕਾਰਜਕਾਰਨੀ ਕਮੇਟੀ ਹੈ, ਜਿਹੜੀ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਮੇਟੀ, ਉਹਦੇ ਵਿੱਚ 3 ਮੈਂਬਰ ਵਿਰੋਧੀ ਧਿਰ ਦੇ ਆ ਗਏ। ਕੋਈ ਵੀ ਫੈਸਲਾ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਰਾਹੀਂ ਕਰਾਉਣਾ ਹੋਏਗਾ ਜਾਂ ਸ਼੍ਰੋਮਣੀ ਕਮੇਟੀ ਕਰੇਗੀ ਜਿਹੜਾ ਵੀ ਕੋਈ ਫੈਸਲਾ ਧਰਮ ਪ੍ਰਚਾਰ ਦਾ ਜਾਂ ਕਿਸੇ ਵੀ ਤਰ੍ਹਾਂ ਦਾ, ਤਾਂ ਉਹਦੇ ਵਿੱਚ ਉਹ ਵਿਰੋਧੀ ਧਿਰ ਬੈਠੀ ਹੋਏਗੀ ਆਪਣੀ ਮਨਮਰਜ਼ੀ ਜੇ ਨਹੀਂ ਕਰ ਸਕਦੀ। ਇਸ ਕਰਕੇ ਇਹ ਕੁਝ ਚੁਣੌਤੀਆਂ ਧਰਮ ਪ੍ਰਚਾਰ ਦੇ ਮਾਮਲੇ 'ਚ ਜਾਂ ਹੋਰ ਦਫ਼ਤਰੀ ਕੰਮਕਾਜਾਂ ਦੇ ਮਾਮਲੇ 'ਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ, ਸ਼੍ਰੋਮਣੀ ਕਮੇਟੀ ਦੀ ਸੱਤਾਧਾਰੀ ਧਿਰ ਨੂੰ ਚੁਣੌਤੀਆਂ ਰਹਿਣਗੀਆਂ। ਦੂਜੇ ਪਾਸੇ ਵਿਰੋਧੀ ਧਿਰ ਦੀ ਗੱਲ ਕਰ ਲਈਏ, ਵਿਰੋਧੀ ਧਿਰ ਲਈ ਵੀ ਸੁਖਾਲਾ ਨਹੀਂ ਹੋਏਗਾ, ਕਿਉਂਕਿ ਅੱਗੇ ਸਹਿਜੇ ਹੀ ਦੋਸ਼ ਲਗਾ ਦਿੱਤਾ ਜਾਂਦਾ ਸੀ ਆ ਫਲਾਣਾ ਫੈਸਲਾ ਜਿਹੜਾ ਵਾ ਅਕਾਲੀ ਦਲ ਨੇ ਜਾਂ ਸ਼੍ਰੋਮਣੀ ਕਮੇਟੀ ਦੀ ਸੱਤਾਧਾਰੀ ਧਿਰ ਨੇ ਆਪਣੀ ਮਰਜ਼ੀ ਨਾਲ ਕਰ ਲਿਆ। ਹੁਣ ਜਦੋਂ ਵੀ ਕੋਈ ਫੈਸਲਾ ਹੋਏਗਾ ਤਾਂ ਸਵਾਲ ਵਿਰੋਧੀ ਧਿਰ ਤੇ ਵੀ ਉੱਠੇਗਾ ਕਿ ਤੁਹਾਡੇ 3 ਮੈਂਬਰ, ਕਿਉਂਕਿ ਵਿਰੋਧੀ ਧਿਰ ਦੇ 3 ਮੈਂਬਰ ਜਿਹੜੇ ਤੁਹਾਡੇ ਬੈਠੇ ਸੀਗੇ ਉਹ ਕਿੱਥੇ ਸੀਗੇ? ਸੋ ਕਹਿਣ ਦਾ ਭਾਵ ਆ ਕਿ ਧਰਮ ਪ੍ਰਚਾਰ ਦੇ ਮਾਮਲੇ 'ਚ ਪੰਥ ਦੇ ਉਸਾਰੂ ਕੰਮਾਂ ਦੇ ਵਿੱਚ ਜੇ ਵਿਰੋਧੀ ਧਿਰ
ਨਿਰੀ ਰਾਜਨੀਤੀ ਕਰਨ ਲਈ ਟੰਗਾ ਅੜਾਏਗੀ ਤਾਂ ਫਿਰ ਵੀ ਉਹਨੂੰ ਸਵਾਲਾਂ ਦਾ ਸਾਹਮਣਾ ਕਰਨਾ ਪਏਗਾ। ਔਰ ਜੇ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਕੋਈ ਉਸਾਰੂ ਕੰਮ ਕਰੇਗੀ ਉਹਦੇ ਵਿੱਚ ਵੀ ਉਹਨੂੰ ਸਹਿਯੋਗ ਵੀ ਦੇਣਾ ਪਏਗਾ। ਪਰ ਇਹਦੇ ਨਾਲ ਨਾਲ ਇਹ ਵੀ ਚੀਜ਼ ਕਿਤੇ ਨਾ ਕਿਤੇ ਵੇਖਣੀ ਪਏਗੀ ਕਿ ਕਿਹੜਾ ਕੰਮ ਸ਼੍ਰੋਮਣੀ ਕਮੇਟੀ ਜਿਹੜੀ ਕਰਦੀ ਆ ਉਹ ਵਿਰੋਧੀ ਧਿਰ ਦੇ ਅੱਗੇ ਕਿਹੜੇ ਸਵਾਲ ਪੈਦਾ ਹੁੰਦੇ ਆ। ਬਹੁਤ ਸਾਰੇ ਚੈਲੰਜ ਹੈ। ਮੈਂ ਇੱਕ ਸਵਾਲ ਹੋਰ ਕਰਨਾ ਚਾਹੁੰਦਾ, ਹੋ ਸਕਦਾ ਤੁਹਾਨੂੰ ਇਹ ਸਵਾਲ ਅਜੀਬ ਲੱਗੇ ਮੇਰਾ ਮਿਸਟਰ ਬੁੱਟਰ। ਜਿਵੇਂ ਇਕਬਾਲ ਸਿੰਘ ਲਾਲਪੁਰਾ ਹਰਾਂ ਨੂੰ ਸਿੱਧਾ ਨਿਸ਼ਾਨੇ ਤੇ ਲਿਆ ਗਿਆ ਠੀਕ, ਤੇ ਮਨਜੀਤ ਸਿੰਘ ਸਿਰਸਾ ਦੇ ਉੱਤੇ ਕੋਈ ਇਲਜ਼ਾਮ ਨਹੀਂ ਲਾਇਆ ਗਿਆ। ਇਸ ਤੋਂ ਪਹਿਲਾਂ ਜਦੋਂ ਦਿੱਲੀ ਕਮੇਟੀ ਦਾ ਸੀਗਾ ਜਾਂ ਹਰਿਆਣਾ ਕਮੇਟੀ ਦਾ ਸੀ, ਦਾਦੂਵਾਲ ਹਰੀ ਜਾਂ ਇੱਧਰ ਮਨਜੀਤ ਸਿੰਘ ਸਿਰਸਾ, ਇਹਨਾਂ ਤੇ ਇਲਜ਼ਾਮ ਲੱਗਦੇ ਸੀ ਸਿੱਧੇ। ਜੇ ਇਹ ਕਮਾਂਡ, ਜਿਵੇਂ ਅਕਾਲੀ ਦਲ ਕਹਿੰਦਾ, ਜੇ ਇਹ ਕਮਾਂਡ ਮਿਸਟਰ ਸਿਰਸਾ ਦੇ ਹੱਥ ਦਿੱਤੀ ਹੁੰਦੀ ਤਾਂ ਸ਼ਾਇਦ ਮਿਸਟਰ ਬਾਦਲ ਨੂੰ ਜ਼ਿਆਦਾ ਡੈਂਟ ਪੈਂਦਾ। ਤੁਸੀਂ ਇਸ ਸਵਾਲ ਦੇ ਨਾਲ ਇਤਫਾਕ ਰੱਖਦੇ ਹੋ ਜਾਂ ਇਹ ਸਵਾਲ ਤੁਹਾਨੂੰ ਠੀਕ ਨਹੀਂ ਲੱਗਿਆ? ਦੇਖੋ ਕੇਪੀ ਸਿੰਘ ਜੀ, ਇਹਦੇ 'ਚ ਕੋਈ ਸ਼ੱਕ ਨਹੀਂ, ਜਿਹੜੇ ਮਨਜਿੰਦਰ ਸਿੰਘ ਸਿਰਸਾ ਨੇ ਬੜੇ ਤੇਜ਼ ਤਰਾਰ ਆ ਤੇ ਉਹ ਅਕਾਲੀ ਦਲ ਦੇ ਵਿੱਚ ਬੜਾ ਲੰਬਾ ਸਮਾਂ ਰਹੇ। ਉਹ ਅਕਾਲੀ ਰਾਜਨੀਤੀ ਨੂੰ ਅੰਦਰੋਂ ਵੀ ਸਮਝਦੇ ਆ ਔਰ ਉਹ ਪਾਰਟੀ ਦੇ ਵਿੱਚ ਰਹਿਣ ਕਰਕੇ ਕਾਫੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਆ ਜਾਂ ਅਕਾਲੀ ਦਲ ਦੇ ਵੀ ਲੀਡਰ ਨੇ, ਉਹਨਾਂ ਨਾਲ ਉਹਨਾਂ ਦੀ ਅੰਦਰ ਖਾਤੇ ਨੇੜਤਾ ਆ। ਔਰ ਜਿੱਥੋਂ ਤੱਕ ਗੱਲ ਹੈ ਸਰਦਾਰ ਇਕਬਾਲ ਸਿੰਘ ਲਾਲਪੁਰਾ ਦੀ, ਹਾਲਾਂਕਿ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਔਨ ਰਿਕਾਰਡ, ਆਪਾਂ ਦਾਅਵੇ ਨਾਲ ਨਹੀਂ ਕਹਿ ਸਕਦੇ, ਇਹ ਤੇ ਇੱਕ ਪ੍ਰਭਾਵ ਹੀ ਹੈ ਨਾ, ਇੱਕ ਉਹਨਾਂ ਬਾਰੇ ਚਰਚਾ ਹੀ ਆ, ਦੋਸ਼ ਹੀ ਆ ਕਿ ਇਕਬਾਲ ਸਿੰਘ ਲਾਲਪੁਰਾ ਮਗਰ ਸੀ। ਪਰ ਜੇ ਹੋਣ ਵੀ ਉਹ ਜਿਹੜੇ ਲਾਲਪੁਰਾ ਨੇ ਉਹ ਵੀ ਲੰਬਾ ਸਮਾਂ, ਬੇਸ਼ੱਕ ਉਹ ਪੁਲਿਸ ਅਫਸਰ ਰਹੇ, IPS ਰਹੇ ਆ, ਪਰ ਇਸ ਦੇ ਬਾਵਜੂਦ ਉਹ ਲੰਬਾ ਸਮੇਂ ਤੋਂ ਸਿੱਖ ਰਾਜਨੀਤੀ, ਸਿੱਖ ਸਾਹਿਤ, ਗੁਰਮਤ ਸਾਹਿਤ ਔਰ ਗੁਰਬਾਣੀ ਦੇ ਵੀ ਵਿਦਵਾਨ ਆ। ਉਹਨਾਂ ਦੀਆਂ ਕਾਫੀ ਕਿਤਾਬਾਂ ਵੀ ਛਪੀਆਂ। ਇਹ ਵੀ ਨਹੀਂ ਕਹਿ ਸਕਦੇ ਅਸੀਂ ਵੀ ਲਾਲਪੁਰਾ ਗੁਰਮਤ ਦੀ ਜਿਹੜੀ ਆ ਸਿੱਖ ਰਾਜਨੀਤੀ ਆ ਜਾਂ ਉਹਦੀ ਰਵਾਇਤ ਆ ਜਾਂ ਪਰੰਪਰਾਵਾਂ ਜਾਂ ਸਿਧਾਂਤ ਆ ਜਾਂ ਉਹਦਾ ਸੁਭਾਅ ਆ ਉਹਦੇ ਤੋਂ ਨਾ ਵਾਕਫ ਆ। ਪਰ ਉਹ ਤੁਹਾਡੀ ਗੱਲ ਠੀਕ ਆ ਕਿ ਜਿਹੜਾ ਉਹਨਾਂ ਦਾ ਇੱਕ ਅਗਰੈਸਿਵ ਪ੍ਰਭਾਵ ਹੈ, ਜਿਹੜਾ ਸਿਰਸੇ ਹੋਰਾਂ ਦਾ ਇੱਕ ਹਮਲਾਵਰ ਰਾਜਨੀਤਿਕ ਲੀਡਰ ਆ ਔਰ ਤੇਜ਼ ਤਰਾਰ ਆ ਔਰ ਬੜੇ ਤਗੜੇ ਬੁਲਾਰੇ ਮੰਨੇ ਜਾਂਦੇ ਆ ਔਰ ਜਿਹੜੀ ਵੀ ਰਾਜਨੀਤੀ ਕਰਦੇ ਉਹ ਸਾਹਮਣੇ ਆ ਕੇ ਕਰਦੇ। ਲਾਲਪੁਰਾ ਹੁਣੀ ਜਦ ਕਿ ਜੇ ਉਹਨਾਂ ਦੀ ਗੱਲ ਕਰੀਏ, ਉਹ ਇੱਕ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਔਰ ਉਸ ਚੇਅਰਮੈਨ ਹੋਣ ਦੇ ਨਾਤੇ ਜੇਕਰ ਉਹ ਇਸ ਤਰ੍ਹਾਂ ਦੀ ਰਾਜਨੀਤੀ ਖੁੱਲ੍ਹ ਕੇ ਖੇਡਦੇ ਤਾਂ ਉਹਨਾਂ ਦੇ ਸੰਵਿਧਾਨਕ ਅਹੁਦੇ ਤੇ ਵੀ ਜਿਹੜਾ ਸਵਾਲ ਖੜਾ ਹੁੰਦਾ। ਸੋ ਇਸ ਕਰਕੇ ਮੈਂ ਫੇਰ ਗੱਲ ਕਰ ਲਾਂ, ਸਾਡੇ ਕੋਲ ਇਸ ਗੱਲ ਦੇ ਕੋਈ ਸਬੂਤ ਨਹੀਂ ਕਿ ਲਾਲਪੁਰਾ ਮਗਰ ਨੇ ਜਿਸ ਤਰ੍ਹਾਂ। ਪਰ ਜਿਹੜਾ ਤੁਸੀਂ ਸਵਾਲ ਪੁੱਛਿਆ, ਉਹਦੇ ਸਵਾਲ ਦੇ ਸੰਦਰਭ 'ਚ ਮੈਂ ਕਹਿ ਰਿਹਾ ਕਿ ਜੇਕਰ ਜੇ ਲਾਲਪੁਰਾ ਹੋਰੀ ਜੇਕਰ ਇਸ ਖੇਡ ਦੇ ਵਿੱਚ ਖੇਡੇ ਹੋਣ ਤਾਂ ਉਹ ਖੁੱਲ੍ਹ ਕੇ ਨਹੀਂ ਖੇਡੇ। ਜਦੋਂ ਬੰਦਾ ਖੁੱਲ੍ਹ ਕੇ ਖੇਡੇ ਔਰ ਅੰਦਰੂਨੀ ਤੌਰ ਤੇ ਖੇਡੇ ਤਾਂ ਇਸ ਦਾ ਪ੍ਰਭਾਵ ਦੇ ਵਿੱਚ ਫਰਕ ਪੈਣਾ ਲਾਜ਼ਮੀ ਤੌਰ ਤੇ ਜ਼ਰੂਰ ਹੈਗਾ ਹੀ ਹੈ। ਕੁਝ ਆਖਰੀ ਸਵਾਲ ਮੈਂ ਕਰ ਰਿਹਾ, ਬੀਜੇਪੀ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਇੱਕ ਵਾਰ ਫਿਰ ਵਧੀਆਂ ਸੀਗੀਆਂ ਕਿ ਬੀਜੇਪੀ ਨਾਲ ਦੁਬਾਰਾ ਅਕਾਲੀ ਦਲ ਜਾ ਸਕਦਾ ਹੈ। ਹੁਣ ਇਹਨਾਂ ਇਲਜ਼ਾਮ ਤਰਾਸ਼ੀਆਂ ਤੋਂ ਬਾਅਦ ਕੀ ਉਹ ਰਾਹ ਖੁੱਲ੍ਹੇ ਆ ਜਾਂ ਰਾਹ ਹੁਣ ਪੀੜੇ ਹੋ ਗਏ? ਦੇਖੋ ਕੇਪੀ ਸਿੰਘ ਜੀ, ਜਿਹੜੀ ਬੀਜੇਪੀ ਨਾਲ ਗੱਠਜੋੜ ਟੁੱਟਾ ਨਾ ਅਕਾਲੀ ਦਲ ਦਾ, ਉਹ ਮਜਬੂਰੀ 'ਚ ਹੀ ਟੁੱਟਾ ਸੀਗਾ। ਇਹ ਆਪਾਂ ਮਤਲਬ ਇਹਦੇ 'ਚ ਆਪਾਂ ਕੋਈ ਗੁੰਜਾਇਸ਼, ਸ਼ੱਕ ਦੀ ਗੁੰਜਾਇਸ਼ ਨਹੀਂ ਹੈ। ਔਰ ਅਕਾਲੀ ਦਲ ਵੀ ਅੰਦਰੋਂ ਚਾਹੁੰਦਾ ਹੋਵੇਗਾ ਔਰ ਬੀਜੇਪੀ ਵੀ ਚਾਹੁੰਦੀ ਹੋਏਗੀ, ਕਿਉਂਕਿ ਜੇ ਆਪਾਂ ਵਿਧਾਨ ਸਭਾ ਚੋਣਾਂ 2022 ਦੀਆਂ 'ਚ ਗੱਲ ਕਰੀਏ ਤੇ ਤਕਰੀਬਨ 40-42 ਇਹੋ ਜਿਹੀਆਂ ਸੀਟਾਂ ਸੀਗੀਆਂ ਜਿੱਥੇ ਅਕਾਲੀ ਦਲ 500, 1000 ਜਾਂ 1500 ਜਾਂ 2000 ਦੇ ਮਾਰਜਨ ਨਾਲ ਹਾਰਿਆ ਔਰ ਉੱਥੇ ਬੀਜੇਪੀ ਨੇ 4 ਤੋਂ 7000 ਦੇ ਵਿੱਚ ਵੋਟਾਂ ਲਈਆਂ। ਸੋ ਕਹਿਣ ਦਾ ਭਾਵ ਆ ਕਿ ਜੇਕਰ ਬੀਜੇਪੀ ਤੇ ਅਕਾਲੀ ਦਲ ਦਾ ਅਲਾਇੰਸ ਹੁੰਦਾ ਤੇ ਸ਼ਾਇਦ 40-42 ਵੋਟਾਂ ਜਿਹੜੀਆਂ ਵਾ ਉਹ ਲੈ ਸਕਦੇ ਸੀ। ਸੋ ਇਹ ਚੀਜ਼ ਲੋੜ ਦੋਨਾਂ ਧਿਰਾਂ ਨੂੰ ਆ। ਪਰ ਗੱਲ ਅਜੇ ਇਹ ਆ ਕਿ ਅਕਾਲੀ ਦਲ ਜਿਸ ਤਰੀਕੇ ਦੇ ਨਾਲ ਬੀਜੇਪੀ ਨੂੰ ਛੱਡ ਕੇ ਗਿਆ, ਉਹਦੇ ਅੰਦਰ ਕਿਤੇ ਨਾ ਕਿਤੇ ਇਸ ਚੀਜ਼ ਦੀ ਕਸਕ ਆ ਔਰ ਉਹ ਗੱਲ ਚੁਭਦੀ ਆ ਉਹਨੂੰ। ਪਰ ਅਕਾਲੀ ਦਲ ਵੀ ਜਿਹੜਾ ਛੱਡ ਕੇ ਗਿਆ ਉਹ ਮਜਬੂਰੀ ਸੀਗੀ। ਜੇ ਅਕਾਲੀ ਦਲ ਨਾ ਛੱਡਦਾ ਤੇ ਸ਼ਾਇਦ ਅਕਾਲੀ ਦਲ ਦੀ ਇਹ ਪੋਜੀਸ਼ਨ ਵੀ ਨਾ ਹੁੰਦੀ, ਕਿਉਂਕਿ ਸਾਰਾ ਪੰਜਾਬ ਦਾ ਮਾਹੌਲ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਸੀਗਾ ਕਿਸਾਨੀ ਮੋਰਚੇ ਦੇ ਦੌਰਾਨ। ਬੇਸ਼ੱਕ ਕਾਨੂੰਨ ਵਾਪਸ ਲੈ ਲਏ ਗਏ, ਪਰ ਜੇ ਕਾਨੂੰਨ ਕਿਤੇ ਅਕਾਲੀ ਦਲ ਆਪਣਾ ਪ੍ਰਭਾਵ ਵਰਤ ਕੇ ਵਾਪਸ ਕਰਵਾ ਲੈਂਦਾ ਤਾਂ ਸ਼ਾਇਦ ਅੱਜ ਗੇਮ ਹੋਰ ਹੁੰਦੀ। ਪਰ ਇਹ ਵੀ ਗੱਲ ਕਲੀਅਰ ਹੈ ਕਿ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਅੰਦਰ ਖਾਤੇ ਪਹਿਲਾਂ ਵੀ ਇਹ ਕੋਸ਼ਿਸ਼ ਕੀ ਸੀ ਵੀ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਅੰਦਰੋਂ ਇਹਦੀਆਂ ਪਰ ਕੁਤਰੇ ਜਾਣ ਤੇ ਅੰਦਰੋਂ ਅੰਦਰ ਹੀ ਆਪਣੀ ਜ਼ਮੀਨ ਜਿਹੜੀ ਆ ਉਹ ਮਜ਼ਬੂਤ ਕੀਤੀ ਜਾਵੇ। ਇਹ 2017 ਦੀਆਂ ਚੋਣਾਂ ਤੋਂ ਬਾਅਦ ਵੀ ਸੀ, ਪਹਿਲਾਂ ਵੀ ਸੀਗਾ ਪ੍ਰਭਾਵ ਇਹ। ਪਰ ਜਿਸ ਤਰ੍ਹਾਂ ਆਪਾਂ ਜੇ ਗੱਲ ਕਰੀਏ ਕਿ ਜਿਸ ਤਰ੍ਹਾਂ ਉਹ ਚੋਣਾਂ ਹਾਰੇ ਆ ਔਰ ਬੀਜੇਪੀ ਜੇ ਹੁਣ ਗੱਠਜੋੜ ਕਰੇਗੀ ਵੀ ਤਾਂ ਗੱਠਜੋੜ ਜਿਹੜਾ ਪਿਛਲੇ ਹਾਲਾਤਾਂ ਮੁਤਾਬਕ ਨਹੀਂ ਹੋਏਗਾ। ਜਿਸ ਤਰ੍ਹਾਂ ਮੀਡੀਆ ਹਲਕਿਆਂ ਦੇ ਵਿੱਚ ਚਰਚਾਵਾਂ ਵੀ ਨੇ ਕਿ ਜੇ ਬੀਜੇਪੀ ਹੁਣ ਗੱਠਜੋੜ ਕਰੇਗੀ ਤੇ ਸ਼ਾਇਦ 50-50 ਦੇ ਅੰਕੜੇ ਤੇ ਕਰੇਗੀ, ਪਰ ਉਹ ਅਕਾਲੀ ਦਲ ਨੂੰ ਸ਼ਾਇਦ ਮੈਨੂੰ ਲੱਗਦਾ ਕਿ ਥੋੜੀ ਕਿਤੇ ਮਨਜ਼ੂਰ ਨਹੀਂ ਹੋਵੇਗਾ, ਕਿਉਂਕਿ ਪਹਿਲਾਂ 23 ਸੀਟਾਂ ਬੀਜੇਪੀ ਕੋਲ ਸੀ, ਬਾਕੀ ਜਿਹੜੀਆਂ ਉਹ ਅਕਾਲੀ ਦਲ ਕੋਲ ਸੀਗੀਆਂ। ਇੱਕ ਆਖਰੀ ਸਵਾਲ, ਬੀਬੀ ਜਗੀਰ ਕੌਰ, ਮਨਜੀਤ ਸਿੰਘ ਸਿਰਸਾ, ਬਲਜੀਤ ਸਿੰਘ ਦਾਦੂਵਾਲ, ਹਰਮੀਤ ਸਿੰਘ ਕਾਲਕਾ, ਇਹੋ ਜਿਹੇ ਕਈ ਲੀਡਰਾਂ ਦੇ ਮੈਂ ਨਾਮ ਲੈ ਸਕਦਾ, ਜੇ ਗੱਠਜੋੜ ਹੁੰਦਾ
ਤਾਂ ਇਹ ਲੀਡਰ ਕੀ ਕਰਨਗੇ ਫਿਰ? ਦੇਖੋ ਰਾਜਨੀਤੀ ਦੇ ਵਿੱਚ ਸਰਦਾਰ ਕੇਪੀ ਸਿੰਘ ਜੀ ਕੋਈ ਧਰਮ ਨਹੀਂ ਹੁੰਦਾ, ਅਸੀਂ ਵੀ ਜਾਣਦੇ ਹਾਂ। ਇੱਕ ਦੂਜੇ ਨੂੰ ਗਾਲਾਂ ਕੱਢਣ ਵਾਲੇ ਇੱਕ ਦੂਜੇ ਨਾਲ ਹੁਣੇ ਤਾਜ਼ੀ ਗੱਲ ਆ ਕਿ ਜਿਹੜੇ ਪਰਮਜੀਤ ਸਿੰਘ ਸਰਨਾ ਹੋ ਰਹੀਆਂ ਉਹ ਕਿੰਨਾ ਮਤਲਬ ਹਮਲਾਵਰ ਹੁੰਦੇ ਸੀ ਅਕਾਲੀ ਦਲ ਬਾਦਲ ਦੇ ਖਿਲਾਫ। ਉਹ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੂੰ ਗਦਾਰ ਤੱਕ ਦੇ ਖਿਤਾਬ ਵੀ ਦਿੰਦੇ ਰਹੇ, ਪਰ ਉਹ ਫਿਰ ਇੱਕੋ ਗੱਲ ਵਕੜੀ ਦੇ ਵਿੱਚ ਆ ਗਏ। ਕੁੱਲ ਮਿਲਾ ਕੇ ਦਖਲਅੰਦਾਜ਼ੀ ਦੇ ਨਾ ਕੋਈ ਸਬੂਤ ਹੋਣਗੇ, ਨਾ ਸਿਆਸਤ ਦਾ ਪਤਾ ਕਿ ਨਾ ਰਿਸ਼ਤਾ ਕਿਹਦੇ ਨਾਲ ਜੋੜਨਾ ਤੇ ਕਿਹਦੇ ਨਾਲ ਨਹੀਂ। ਕਿਉਂਕਿ ਰਾਜਨੀਤੀ ਇੱਕ ਸੰਭਾਵਨਾਵਾਂ ਦੀ ਖੇਡ ਆ, ਜਿੱਧਰ ਨੂੰ ਸੰਭਾਵਨਾ ਹੋਵੇ ਰਾਜਨੀਤਿਕ ਲੋਕ ਉਧਰ ਨੂੰ ਹੋ ਜਾਂਦੇ ਆ। ਸੋ ਇਸ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਜੇਕਰ ਗੱਠਜੋੜ ਹੁੰਦਾ ਤਾਂ ਇਹ ਸਾਰੇ ਫਿਰ ਇੱਕੋ ਗੱਲ। ਚਲੋ ਸੰਭਾਵਨਾ ਦੀ ਖੇਡ ਵਿੱਚ ਇੱਕ ਆਖਰੀ ਸਵਾਲ, ਬੀਬੀ ਜਗੀਰ ਕੌਰ ਵੱਖਰਾ ਸ਼੍ਰੋਮਣੀ ਅਕਾਲੀ ਦਲ ਤਾਂ ਨਹੀਂ ਬਣਾਉਣਗੇ? ਨਹੀਂ, ਜਿਸ ਤਰ੍ਹਾਂ ਉਹਨਾਂ ਦੇ ਪਿਛਲੇ ਦਿਨਾਂ ਤੋਂ ਅਸੀਂ ਉਹਨਾਂ ਦੇ ਤੇਵਰ ਵੇਖਦੇ ਆ, ਮੈਨੂੰ ਇੱਕ ਗੱਲ ਕਲੀਅਰ ਲੱਗਦੀ ਹੈ ਕਿ ਇੱਕ ਤੇ ਉਹ ਬੀਜੇਪੀ ਦੇ ਵਿੱਚ ਸ਼ਰੇਆਮ ਨਹੀਂ ਜਾਣਗੇ, ਜਿੱਦਾਂ ਦਾ ਉਹਨਾਂ ਦਾ ਤੇਵਰ ਨਜ਼ਰ ਆ ਰਿਹਾ। ਇੱਕ ਪੱਤਰਕਾਰ ਹੋਣ ਦੇ ਨਾਤੇ ਜੋ ਮੇਰੀ ਆਬਜ਼ਰਵੇਸ਼ਨ ਉਹਦੇ ਮੁਤਾਬਕ ਮੈਨੂੰ ਨਹੀਂ ਲੱਗਦਾ ਕਿ ਉਹ ਸਿੱਧੇ ਤੌਰ ਤੇ ਬੀਜੇਪੀ 'ਚ ਜਾਣਗੇ, ਔਰ ਇਹ ਵੀ ਨਹੀਂ ਲੱਗਦਾ ਵੀ ਉਹ ਛੇਤੀ ਕਿਤੇ ਅਕਾਲੀ ਦਲ ਨਾਲ ਉਹ ਖੁਦ ਨਾਤਾ ਤੋੜਨਗੇ। ਹੁਣ ਵੀ ਅਕਾਲੀ ਦਲ ਨੇ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ, ਉਹਨਾਂ ਦੀ ਜਿੰਨੀਆਂ ਸਟੇਟਮੈਂਟਾਂ ਆ ਰਹੀਆਂ ਤੁਸੀਂ ਵੇਖੋ, ਕਹਿ ਰਹੇ ਵੀ ਮੈਂ ਅਕਾਲੀ ਹਾਂ, ਪਰ ਲੱਗਦਾ ਨਹੀਂ ਫਿਲਹਾਲ ਅਕਾਲੀ ਦਲ ਨਵਾਂ ਬਣਾਉਣਗੇ। ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਅਕਾਲੀ ਦਲ ਬਣੇ ਆ ਅਸੀਂ ਉਹਦੇ ਵੱਲ ਝਾਤ ਮਾਰੀਏ ਕਿ ਉਹ ਕਿੰਨੇ ਕਾਮਯਾਬ ਹੋਏ ਆ। ਸੋ ਇਸ ਵੇਲੇ ਗੱਲ ਨਵਾਂ ਅਕਾਲੀ ਦਲ ਬਣਾਉਣ ਦੀ ਨਹੀਂ, ਗੱਲ ਇਹ ਹੈ ਕਿ ਸਿੱਖਾਂ ਦੀ ਰਾਜਨੀਤਿਕ ਪਾਰਟੀ ਅਕਾਲੀ ਦਲ ਆ, ਜੇ ਉਹਦੇ ਵਿੱਚ ਲੀਡਰਸ਼ਿਪ ਦੀ ਤਬਦੀਲੀ ਦੀ ਲੋੜ ਆ ਤੇ ਉਹ ਵੀ ਕੀਤੀ ਜਾਵੇ। ਜਿਸ ਪੱਧਰ ਤੇ ਵੀ ਸੁਧਾਰ ਦੀ ਲੋੜ ਆ ਉਹ ਕੀਤੀ ਜਾਵੇ। ਮੇਨ ਮੁੱਖ ਸਮੱਸਿਆ ਜਾਂ ਮੁੱਖ ਇਸ ਵੇਲੇ ਲੋੜ ਆ ਅਕਾਲੀ ਦਲ ਜਾਂ ਸਿੱਖ ਸੰਸਥਾ ਜਾਂ ਸਿੱਖ ਜਮਾਤ ਨੂੰ ਮਜ਼ਬੂਤ ਕਰਨ ਦੀ। ਸੋ ਬੀਬੀ ਜਗੀਰ ਕੌਰ ਉਸ ਜਮਾਤ ਨੂੰ ਮਜ਼ਬੂਤ ਕਰਨ ਲਈ, ਲੀਡਰਸ਼ਿਪ ਦੇ ਵਿੱਚ ਤਬਦੀਲੀ ਕਰਨ ਲਈ ਜਾਂ ਨਵੀਂ ਲੀਡਰਸ਼ਿਪ ਉਭਾਰਨ ਦੇ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਜਾਂ ਨਹੀਂ ਹੁੰਦੇ, ਜਾਂ ਸੁਖਬੀਰ ਸਿੰਘ ਬਾਦਲ ਹੋਣੀ ਪੁਰਾਣੀਆਂ ਗਲਤੀਆਂ ਨੂੰ ਸੁਧਾਰ ਕੇ ਆਪਣੀ ਲੀਡਰਸ਼ਿਪ ਪ੍ਰਤੀ ਭਰੋਸਾ ਪੈਦਾ ਕਰਦੇ ਆ। ਸੋ ਇਹ ਭਵਿੱਖ ਦੇ ਗਰਭ ਵਿੱਚ ਲੁਕੀਆਂ ਦੋਨੋਂ ਗੱਲਾਂ ਨੇ। ਚਲੋ ਬਹੁਤ ਬਹੁਤ ਧੰਨਵਾਦ ਤਲਵਿੰਦਰ ਸਿੰਘ ਬੁੱਟਰ, ਤੁਸੀਂ ਵਕਤ ਕੱਢਿਆ, ਬਹੁਤ ਧੰਨਵਾਦ। ਇਹ ਸਨ ਮਿਸਟਰ ਬੁੱਟਰ ਜਿਨ੍ਹਾਂ ਨੂੰ 2 ਦਹਾਕਿਆਂ ਦਾ ਤਜਰਬਾ ਤੇ ਜਿਨ੍ਹਾਂ ਨੇ ਇਸ ਪੰਥਕ ਪੋਲਿਟਿਕਸ ਨੂੰ ਬਹੁਤ ਨੇੜਿਓਂ ਸਮਝਿਆ ਜਾਣਿਆ ਤੇ ਇਹਨਾਂ ਨੂੰ ਉਸ ਪੰਥਕ ਰਵਾਇਤਾਂ ਤੋਂ ਲੈ ਕੇ ਰਾਜਨੀਤੀ ਤੱਕ ਸਭ ਪਤਾ। ਇਸ ਲਈ ਇਹਨਾਂ ਤੋਂ ਅਸੀਂ ਇਹ ਸਭ ਕੁਝ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਥਕ ਪੋਲਿਟਿਕਸ ਅੱਗੇ ਚੈਲੰਜ ਕੀ ਹੈ। ਚੈਲੰਜ ਬਹੁਤ ਸਾਰੇ ਹੈ ਤੇ ਇਸ ਚੈਲੰਜ ਦੇ ਵਿਚਾਲੇ ਜਿਹੜਾ ਭਵਿੱਖ ਦੇ ਵਿੱਚ ਇਹ ਸਿਆਸਤ ਤੇ ਧਰਮ ਦੇ ਨਾਲ ਹੁੰਦੀ ਸਿਆਸਤ ਸਾਰੀ ਸਾਡੇ ਸਾਹਮਣੇ ਹੋਊਗੀ। ਬਹੁਤ ਧੰਨਵਾਦ।